ਸਭ ਤੋਂ ਪਹਿਲਾਂ ਜੇ ਮੈਂ ਸ਼ੁਰੂ ਕਰਨਾ ਚਾਹਾਂ ਜੇ ਆਪਣੇ ਸਾਹਿਤਕ ਸਫ਼ਰ ਨੂੰ, ਤਾਂ ਮੈਂ ਕਪੂਰਥਲੇ ਸ਼ਹਿਰ ਦੇ ਵਿੱਚ ਜਨਮ ਲਿਆ। ਔਰ ਕਪੂਰਥਲਾ ਸ਼ਹਿਰ ਉਸ ਵੇਲੇ ਸਾਹਿਤਕ ਸਰਗਰਮੀਆਂ ਦਾ ਕਾਫੀ ਵੱਡਾ ਕੇਂਦਰ ਹੁੰਦਾ ਸੀ ਔਰ ਬਹੁਤ ਸਾਰੇ ਵੱਡੇ ਕਵੀ ਦਰਬਾਰ ਉਦੋਂ ਕਪੂਰਥਲਾ ਸ਼ਹਿਰ ਦੇ ਵਿੱਚ ਆਯੋਜਿਤ ਹੁੰਦੇ ਸੀ। ਅਤੇ ਮੈਨੂੰ ਯਾਦ ਹੈ ਕਿ ਮੈਂ ਨਿੱਕੇ ਹੁੰਦਿਆਂ ਉਹ ਕਵੀ ਦਰਬਾਰ ਜਿਹੜੇ ਸੀਗੇ, ਜਿਹੜੇ ਸਟੇਜੀ ਜਿਹੜੇ ਲੋਕ ਸਟੇਜ ਦੇ ਮਾਹਿਰ ਸੀ ਔਰ ਬਹੁਤ ਉਹਨਾਂ ਦੇ ਇੱਕ ਯੂਨੀਕ ਤਰੀਕਾ ਸੀ ਸ਼ਾਇਰੀ ਨੂੰ ਪੜ੍ਹਨ ਦਾ, ਜਿਹੜੀ ਸਿੱਧੀ ਦਿਲ 'ਤੇ ਖੁੱਭਦੀ ਸੀ। ਅਤੇ ਮੈਂ ਉਹ ਨਿੱਕੇ ਹੁੰਦਿਆਂ ਉਹ ਵਿਸ਼ਾਲ ਸਮੂਹ ਪੁਰਾਣੇ ਸਮੇਂ ਵਿੱਚ ਨਕਾਸ਼ ਜੀ ਲੋਕਾਂ ਦੇ ਅੰਦਰ ਨਾ ਲਿਟਰੇਚਰ ਦੇ ਪ੍ਰਤੀ ਇੱਕ ਅਜੀਬ ਤਰ੍ਹਾਂ ਦਾ ਕਰੇਜ਼, ਇੱਕ ਅਜੀਬ ਤਰ੍ਹਾਂ ਦੀ ਖਿੱਚ ਹੁੰਦੀ ਸੀ। ਲੋਕ ਉਹਨੂੰ ਜ਼ਿੰਦਗੀ ਦਾ ਹਿੱਸਾ ਸਮਝਦੇ ਸੀਗੇ। ਔਰ ਮੈਨੂੰ ਯਾਦ ਹੈ ਕਿ ਸਾਡੇ ਬਿਲਕੁਲ ਘਰ ਦੇ ਲਾਗੇ ਇੱਕ ਮੋੜ ਸੀ, ਉੱਥੇ ਬਹੁਤ ਵੱਡੇ ਕਵੀ ਦਰਬਾਰ ਹੁੰਦੇ ਸੀਗੇ। ਅਤੇ ਸਫਰੀ ਸਾਹਿਬ ਦੇ ਵੇਲੇ ਦੇ ਜਿਹੜੇ ਸਾਰੇ ਸਟੇਜੀ ਕਵੀ, ਜਿਨ੍ਹਾਂ ਨੇ ਜਦੋਂ ਅੱਧੀ ਲਾਈਨ ਬੋਲਣੀ ਤਾਂ ਅੱਧੀ ਲਾਈਨ ਸਰੋਤਿਆਂ ਨੇ ਬੋਲਣੀ, ਕਿਉਂਕਿ ਇੱਕ ਜਾਦੂ ਕ੍ਰੀਏਟ ਹੁੰਦਾ ਸੀ ਉਦੋਂ। ਉਸ ਜਾਦੂ ਦੇ ਵਿੱਚ ਮੈਂ ਵੀ ਬੈਠਿਆ ਗਵਾਚਿਆ ਰਹਿਣਾ ਕਿ ਸਾਹਿਤ ਇਸ ਤਰ੍ਹਾਂ ਦੀ ਸ਼ਕਤੀਸ਼ਾਲੀ ਚੀਜ਼ ਹੈ, ਇੰਨੀ ਪਾਵਰਫੁਲ ਚੀਜ਼ ਹੈ ਕਿ ਇਹਦੇ ਵਿੱਚ ਹਰ ਵਰਗ ਦਾ ਬੰਦਾ ਬੈਠਾ ਹੈ। ਅੱਧੀ ਲਾਈਨ ਉਹ ਬੋਲਦੇ ਨੇ, ਅੱਧੀ ਲਾਈਨ ਉਹ ਜਾਣ ਕੇ ਛੱਡ ਦਿੰਦੇ ਸੀ, ਇਹ ਉਹਨਾਂ ਦਾ ਇੱਕ ਤਰੀਕਾ ਸੀ। ਫਿਰ ਅੱਧੀ ਲਾਈਨ ਦੀ ਹੂੰਕਾਰ ਉਹ ਹਜ਼ਾਰਾਂ ਬੰਦਿਆਂ ਦੀ ਜਦੋਂ ਗੂੰਜਣੀ ਤਾਂ ਤੁਹਾਨੂੰ ਲੱਗਦਾ ਹੁੰਦਾ ਸੀਗਾ ਵੀ ਤੁਸੀਂ ਵੀ ਜਿਵੇਂ ਹਵਾ ਜੋੜਦੇ ਹੋ ਉਸ ਦੇ ਵੇਲੇ। ਤਾਂ ਉਸ ਵੇਲੇ ਇੱਕ ਸ਼ਾਲੀਮਾਰ ਬਾਗ ਦੇ ਵਿੱਚ ਕਵੀ ਦਰਬਾਰ ਬਹੁਤ ਹੁੰਦੇ ਸੀ। ਜਲੌਖਾਨਾ ਜਿਹੜਾ ਹੈ ਉਹਦੇ ਅੱਗੇ ਇੱਕ ਵੱਡਾ ਚੌਂਕ ਸੀ, ਉੱਥੇ ਬਹੁਤ ਵੱਡੇ ਕਵੀ ਦਰਬਾਰ ਹੁੰਦੇ ਸੀ। ਅਤੇ ਸਭ ਤੋਂ ਪਹਿਲਾਂ ਮੈਨੂੰ ਜਿਹੜੇ ਯਾਦ ਹੈ, ਜਿਹੜੇ ਮੈਂ ਸ਼ਿਵਕਾਰ ਬਟਾਲਵੀ ਜੀ ਨੂੰ 2 ਵਾਰ ਸੁਣਿਆ। ਇੱਕ ਵਾਰ ਕਪੂਰਥਲੇ ਰਣਧੀਰ ਕਾਲਜ ਵਿੱਚ ਆਏ ਅਤੇ ਮੈਂ ਉਹਨਾਂ ਨੂੰ ਸੁਣਨ ਗਿਆ। ਦੂਜੀ ਵਾਰ ਜਦੋਂ ਜਵਾਹਰ ਲਾਲ ਨਹਿਰੂ ਜੀ ਦੀ ਡੈਥ ਹੋਈ ਅਤੇ ਉਸ ਤੋਂ ਬਾਅਦ ਹਾਏ ਓਏ ਅਮਨਾ ਵਾਲਿਓ, ਅੱਜ ਅਮਨ ਦੀ ਅੱਖ 'ਚੋਂ ਬੇਵਫੂਕਾ ਮਾਰਿਓ, ਉਹ ਉਹਨਾਂ ਨੇ ਉੱਥੇ ਪੜ੍ਹੀ ਸੀਗੀ ਕਵਿਤਾ। ਔਰ ਨਕਾਸ਼ ਜੀ, ਮੈਂ ਤੁਹਾਨੂੰ ਸੱਚ ਦੱਸਦਾ ਵਾਂ ਕਿ ਮੈਂ ਜਿੱਧਰ ਵੀ ਨਿਗਾਹ ਮਾਰਦਾ ਸੀ ਲੋਕ ਰੋ ਰਹੇ ਸੀਗੇ। ਮੈਂ ਕਿ ਇਸ ਤਰ੍ਹਾਂ ਦੀ ਤਾਕਤ, ਇਸ ਤਰ੍ਹਾਂ ਦਾ ਅੰਦਾਜ਼ ਸਾਹਿਤ ਦਾ ਉਸ ਵੇਲੇ ਸ਼ਾਇਰਾਂ ਵਿੱਚ ਵੀ ਸੀ ਅਤੇ ਲੋਕਾਂ ਦੇ ਵਿੱਚ ਵੀ ਸੀ। ਹੁੰਗਾਰਾ ਵੀ ਓਡਾ ਹੀ ਜ਼ਬਰਦਸਤ ਸੀ, ਓਡਾ ਦਿਲ 'ਚੋਂ ਨਿਕਲਦਾ ਸੀ, ਚੀਰਵਾਂ ਨਿਕਲਦਾ ਸੀਗਾ। ਮੈਨੂੰ ਲੱਗਦਾ ਵਾ ਵੀ ਇਹ ਅਚੇਤ ਰੂਪ ਦੇ ਵਿੱਚ ਇਹ ਜਿਹੜਾ ਸੀ ਪ੍ਰਭਾਵ, ਇਹ ਮੇਰੇ ਮਨ ਦੇ ਵਿੱਚ ਸਮਾਉਂਦਾ ਗਿਆ। ਅਜੇ ਕਿ ਮੈਂ ਬਹੁਤ ਹੀ ਗਰੀਬ ਫੈਮਿਲੀ ਨੂੰ, ਬਹੁਤ ਗਰੀਬ, ਮਤਲਬ ਜੇ ਮੈਨੂੰ ਲੱਗਦਾ ਵੈਸੇ ਉਹ ਸਾਰੇ ਹੀ ਪਤਾ ਨਹੀਂ ਵੱਡੇ ਬੰਦੇ ਇਹੀ ਸ਼ੋਅ ਕਰਦੇ ਨੇ, ਜੇ ਇਹੀ ਕਹਿੰਦੇ ਨੇ ਕਿ ਉਹ ਬਹੁਤ ਗਰੀਬ ਹਾਲਾਤ ਵਿੱਚੋਂ ਪੈਦਾ ਹੋਏ ਨੇ, ਅਤੇ ਦੱਸਣਾ ਮੈਨੂੰ ਲੱਗਦਾ ਵੀ ਕਈ ਵਾਰੀ ਬੇਮਾਇਨਾ ਸ਼ਾਇਦ ਹੋਵੇ। ਪਰ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਵੀ ਬੰਦਾ ਡਿਵੈਲਪ ਕਿਵੇਂ ਕਰਦਾ, ਬੰਦਾ ਵਿਕਾਸ ਕਿਵੇਂ ਕਰਦਾ ਵਾ। ਮੈਂ ਉਸ ਘਰ 'ਚ ਪੈਦਾ ਹੋਇਆ ਜਿੱਥੇ ਸਾਹਿਤ ਨਾਂ ਦੀ ਕੋਈ ਚੀਜ਼ ਮੀਲਾਂ ਤੱਕ ਨਜ਼ਰ ਨਹੀਂ ਸੀ ਆਉਂਦੀ। ਮੈਂ ਕਿ ਮੇਰੇ ਮਾਤਾ ਜੀ ਦੀ ਡੈਥ ਹੋ ਗਈ ਜਦੋਂ ਮੈਂ 5 ਸਾਲ ਦਾ ਸੀ, ਅਤੇ ਮੇਰੀ ਛੋਟੀ ਭੈਣ 2 ਸਾਲ ਦੀ ਸੀ ਉਦੋਂ, ਅਤੇ ਫਾਦਰ ਨੇ ਦੂਸਰਾ ਵਿਆਹ ਨਹੀਂ ਕਰਾਇਆ। ਮੇਰੇ ਤੋਂ ਇੱਕ ਵੱਡਾ ਭਰਾ ਸੀ ਅਤੇ ਇੱਕ ਉਸ ਤੋਂ ਵੱਡਾ ਸੀ। ਉਹ ਜਿਹੜਾ ਸਭ ਤੋਂ ਵੱਡਾ ਸੀ ਉਹ ਏਅਰਫੋਰਸ ਵਿੱਚ ਚਲਾ ਗਿਆ। ਹੁਣ ਅਸੀਂ ਰਹਿ ਗਏ 2 ਭਰਾ, ਇੱਕ ਮੈਂ 5 ਸਾਲ ਦਾ ਅਤੇ ਜਿਹੜਾ ਮੇਰੇ ਤੋਂ ਵੱਡਾ 10-12 ਸਾਲ ਦਾ। ਅਸੀਂ ਦੋਨਾਂ ਨੇ ਆਪਣੀ ਉਹ ਭੈਣ ਪਾਲੀ, ਜਿੱਥੇ ਪੀਰ ਫਕੀਰ ਦੀ ਮਜ਼ਾਰ ਸਾਨੂੰ ਨਜ਼ਰ ਆਉਣੀ, ਅਸੀਂ ਆਪਣੀ ਭੈਣ ਚੁੱਕ ਕੇ ਉੱਥੇ ਲੈ ਜਾਣੀ, ਉਹਨੂੰ ਉੱਥੇ ਸਾਈਡ 'ਤੇ ਲਿਟਾ ਕੇ ਉਹਦੀ ਸੇਵਾ ਕਰਨੀ, ਉੱਥੇ ਸਫਾਈ ਕਰਨੀ, ਥਾਂ ਧੋਣੀ, ਵੀ ਅਸੀਂ ਭੈਣ ਵਾਲੇ ਬਣੇ ਰਹੀਏ। ਔਰ ਮੈਨੂੰ ਲੱਗਦਾ ਵਾ ਕਿ ਮੇਰੇ ਤੋਂ ਜਿਹੜਾ ਵੱਡਾ ਬ੍ਰਦਰ ਸੀ, ਮੈਂ ਤਾਂ ਬਹੁਤ ਛੋਟਾ ਸੀ, ਉਹਦੀ ਕੁਰਬਾਨੀ ਕਰਕੇ ਅਸੀਂ ਭੈਣ ਬਚਾ ਲਈ ਆਪਣੀ, ਔਰ ਅਸੀਂ ਹੁਣ ਭੈਣ ਵਾਲੇ ਹਾਂ। ਇੰਨੀ ਗਰੀਬੀ ਦੇ ਵਿੱਚ ਸੀ ਕਿ ਸਾਡੇ ਨਾਲ ਘਰ ਨਾ ਸਾਡੀ ਮਾਸੀ ਦਾ ਘਰ ਸੀ, ਅਤੇ ਉਹਨਾਂ ਦੇ ਹਸਬੈਂਡ ਬਾਹਰ ਬਰਤਨ
ਵੇਚਦੇ ਸੀ। ਇਸ ਕਰਕੇ ਉਹਨਾਂ ਦੇ ਘਰ ਕਈ ਵਾਰੀ ਨਾ ਉਹ ਛੱਲੀਆਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ, ਕਣਕ, ਉਹਨਾਂ ਨੇ ਬਾਹਰੋਂ ਪਿੰਡਾਂ ਵਿੱਚ ਜਦੋਂ ਜਾਣਾ ਤਾਂ ਉਹਨਾਂ ਨੇ ਲੈਣੀ। ਨਕਾਸ਼ ਜੀ, ਮੈਂ ਕਈ ਵਾਰੀ ਜਦੋਂ ਭੁੱਖੇ ਹੋਣਾ ਨਾ, ਤੇ ਮੈਂ ਉਹ ਆਪਣਾ ਉਹ ਬਨੇਰਾ ਟੱਪ ਕੇ ਉਹਨਾਂ ਦੇ ਉੱਪਰ ਜਿਹੜੀਆਂ ਸੁੱਕੀਆਂ ਛੱਲੀਆਂ ਪਈਆਂ ਹੁੰਦੀਆਂ ਨਾ, ਉਹ ਹੀ ਚੱਬ ਲੈਣੀਆਂ। ਅੱਛਾ ਜੀ। ਵੀ ਚੱਲ ਪੇਟ ਭਰ ਜਾਊਗਾ। ਤੇ ਇਸ ਭੁੱਖ ਦੇ ਵਿੱਚ ਵੀ ਉਹ ਜਿਹੜਾ ਸਾਹਿਤਕ ਮਾਹੌਲ ਸੀਗਾ ਉਹ ਮਰਿਆ ਨਹੀਂ, ਉਹ ਕਿਤੇ ਜਿਉਂਦਾ ਰਿਹਾ, ਜਾਗਦਾ ਰਿਹਾ। ਫਿਰ ਸਾਡੇ ਇੱਕ ਟੀਚਰ ਹੁੰਦੇ ਸੀਗੇ ਪੰਜਾਬੀ ਦੇ, ਰਾਮ ਪ੍ਰਕਾਸ਼ ਜੀ। ਪਤਾ ਨਹੀਂ ਉਹਨਾਂ ਦੀ ਕਿੱਦਾਂ ਮੇਰੇ ਤੇ ਨਿਗਾਹ ਪਈ, ਜਦ ਕਿ ਮੈਂ ਬਹੁਤ ਹੀ ਇਨਫੀਰੀਅਰਿਟੀ ਕੰਪਲੈਕਸ ਵਾਲਾ ਬੱਚਾ ਸੀ, ਬਹੁਤ ਪਿੱਛੇ ਲੁਕੇ ਰਹਿਣਾ, ਟੀਚਰ ਨੂੰ ਨਜ਼ਰ ਨਾ ਆਓ, ਗਰੀਬੀ ਦੀ ਮਾਰ ਸੀ, ਘਰ 'ਚ ਅਨਪੜ੍ਹਤਾ ਸੀ, ਫਾਦਰ ਕੋਰੇ ਅਨਪੜ੍ਹ ਸੀ, ਬ੍ਰਦਰ ਬਾਹਰ ਚਲਾ ਗਿਆ ਸੀ ਨੌਕਰੀ 'ਤੇ, ਜਿਹੜਾ ਮੇਰੇ ਨਾਲ ਸੀ ਉਹ ਭੈਣ ਨੂੰ ਹੀ ਪਾਲਦਾ ਪਿਆ ਸੀ। ਤਾਂ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਗਰੁੱਪ ਬਣੇ ਹੁੰਦੇ ਸੀਗੇ, ਟੈਗੋਰ ਗਰੁੱਪ, ਰਣਜੀਤ ਸਿੰਘ ਗਰੁੱਪ, ਹੈ ਨਾ, ਲਾਲਾ ਲਾਜਪਤ ਰਾਏ ਗਰੁੱਪ। ਮੈਂ ਟੈਗੋਰ ਗਰੁੱਪ ਦੇ ਵਿੱਚ ਆਉਂਦਾ ਸੀ, ਅਤੇ ਉਹਦੇ ਇੰਚਾਰਜ ਸੀਗੇ ਉਹ ਰਾਮ ਪ੍ਰਕਾਸ਼ ਜੀ। ਤਾਂ ਹਰ ਹਫਤੇ ਇੱਕ ਗਰੁੱਪ ਦੇ ਟੀਚਰ ਦੀ ਡਿਊਟੀ ਹੁੰਦੀ ਸੀ ਵੀ ਉਹ ਇੱਕ ਬੰਦਾ ਸਟੇਜ 'ਤੇ ਬੋਲੇਗਾ। ਉਹ ਪਤਾ ਨਹੀਂ ਮੈਨੂੰ, ਇਹ ਮੈਂ ਬੜਾ ਹੈਰਾਨ ਹਾਂ ਕਿ ਮੇਰੇ ਵਰਗੇ ਬੰਦੇ ਨੂੰ ਜਿਹੜਾ ਇੰਨਾ ਡਰੂ, ਇੰਨਾ ਪਿਛਾਂ ਵਹਿਣ ਵਾਲਾ, ਮੈਨੂੰ ਕਹਿੰਦੇ ਸੋਮਵਾਰ ਤੂੰ ਬੋਲਣਾ। ਤਾਂ ਮੇਰੇ ਲਈ ਤੁਸੀਂ ਸਮਝੋ ਵੀ ਇਹ ਮੌਤ ਦੀ ਸਜ਼ਾ ਹੀ ਸੀਗੀ ਕਿ ਜਿਸ ਬੰਦੇ ਦੇ ਅੰਦਰ ਇੰਨਾ ਡਰ, ਇੰਨਾ ਸਹਿਮ ਹੋਵੇ। ਔਰ ਗੌਰਮੈਂਟ ਰਣਧੀਰ ਕਾਲਜ ਵਿੱਚ ਮੈਂ ਪੜ੍ਹਿਆ, ਉਸ ਵੇਲੇ ਦਾ ਸਭ ਤੋਂ ਵੱਡਾ ਸਕੂਲ। ਉਸ ਵੇਲੇ ਨਕਾਸ਼ ਜੀ ਸਭ ਤੋਂ ਅਮੀਰ ਲੋਕ ਅਤੇ ਸਭ ਤੋਂ ਵੱਡੇ ਲੋਕ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ। ਇਹ ਪ੍ਰਾਈਵੇਟ ਸਕੂਲਾਂ ਦਾ ਚੱਲਣ ਬਾਅਦ 'ਚ ਚੱਲਿਆ। ਉਸ ਵੇਲੇ ਸਰਕਾਰੀ ਸਕੂਲ ਵਿੱਚ ਪੜ੍ਹਨ ਦਾ ਮਤਲਬ ਇੱਕ ਮਾਣ ਵਾਲੀ ਗੱਲ ਸੀ, ਕਿਉਂਕਿ ਸਭ ਤੋਂ ਵੱਧ ਪੜ੍ਹੇ ਲਿਖੇ ਟੀਚਰ ਸਰਕਾਰੀ ਸਕੂਲਾਂ ਵਿੱਚ ਹੁੰਦੇ ਸੀਗੇ। ਅਤੇ ਉਹਨਾਂ ਨੇ ਜਦੋਂ ਮੈਨੂੰ ਕਿਹਾ, ਅਤੇ ਮੈਂ ਬਾਅਦ 'ਚ ਡਰ ਡਰਦਾ ਉਹਨਾਂ ਕੋਲ ਗਿਆ। ਮੈਂ ਕਿਹਾ ਵੀ ਸਰ ਮੈਂ ਨਹੀਂ ਬੋਲ ਸਕਦਾ, ਮੈਨੂੰ ਬਹੁਤ ਡਰ ਲੱਗਦਾ। ਉਹਨਾਂ ਨੇ ਮੈਨੂੰ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਇੱਕ ਲੇਖ ਹੈ ਮਾਂ ਵਿਛੋੜਾ, ਉਹ ਮੈਨੂੰ ਦਿੱਤਾ। ਕਹਿੰਦੇ ਇਹਨੂੰ ਰੱਟਾ ਲਾ ਲੈ, ਬਸ ਤੂੰ ਇਹ ਬੋਲਣਾ। ਔਰ ਉਹ ਬਹੁਤ ਖੂਬਸੂਰਤ ਲੇਖ ਹੈ। ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦੇ ਬਹੁਤ ਹੀ ਪਿਆਰੇ ਲੇਖਾਂ ਵਿੱਚ ਉਹ ਲੇਖ ਆਉਂਦਾ। ਤਾਂ ਮੈਂ ਸਟੇਜ ਦੇ ਉੱਪਰ ਜਦੋਂ ਵਾਰੀ ਆਈ, ਪਿੱਛੇ ਮੈਨੂੰ ਉਹਨਾਂ ਖੜਾ ਕਰਤਾ। ਸਟੇਜ ਬਹੁਤ ਉੱਚੀ ਸੀਗੀ, ਮੈਂ ਮਤਲਬ ਕਿ ਸਟੇਜ ਤੋਂ ਥੱਲੇ ਹੀ ਆਉਂਦਾ ਸੀਗਾ। ਸ਼ਾਇਦ ਅਗਲਿਆਂ ਨੂੰ ਨਾ ਹੀ ਪਤਾ ਲੱਗਦਾ ਹੋਵੇ ਮੈਂ ਪਿੱਛੇ ਖੜਾ। ਲੇਕਿਨ ਜਦੋਂ ਤੱਕ ਉਹ ਮਾਸਟਰ PT ਸਾਡੇ ਦਲਜੀਤ ਸਿੰਘ ਜੀ ਹੁੰਦੇ ਸੀ, ਬਹੁਤ ਨੇਕ ਇਨਸਾਨ। ਮੈਂ ਜੋ ਕੁਝ ਵੀ ਹਾਂ, ਮੇਰੇ 'ਚ ਹੌਸਲਾ ਭਰਿਆ, ਇਹਦੇ ਵਿੱਚ ਉਹਨਾਂ ਦਾ ਵੀ ਨਾ ਬਹੁਤ ਵੱਡਾ ਹਿੱਸਾ। ਤਾਂ ਜਦੋਂ ਕਿ ਮੈਨੂੰ ਪਤਾ ਲੱਗਾ ਵੀ ਹੁਣ ਜਨ ਗਨ ਮਨ ਹੋ ਗਈ ਹੈ ਅਤੇ ਸਾਰੇ ਕੰਮ ਹੋ ਗਏ, ਹੁਣ ਮੇਰੀ ਵਾਰੀ ਆਉਣ ਵਾਲੀ ਹੈ, ਨਕਾਸ਼ ਜੀ ਮੈਂ ਪਿੱਛੋਂ ਭੱਜ ਗਿਆ। ਤਾਂ ਮਾਸਟਰ ਜੀ ਨੇ ਸਕੂਲ ਤੋਂ ਬਾਅਦ ਮੇਰੇ ਘਰ ਆ ਕੇ ਜੋ ਮੈਨੂੰ ਫੈਂਟੀ ਚਾੜ੍ਹੀ ਕਿ ਮੈਨੂੰ ਪ੍ਰਿੰਸੀਪਲ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਹੈ ਕਿ ਤੇਰਾ ਬੰਦਾ ਕਿੱਥੇ ਗਿਆ ਵੀ ਤੇਰੀ ਤੇ ਮੈਂ ਨਕਾਮੀ ਹਾਂ, ਹੁਣ ਅਗਲੇ ਸੋਮਵਾਰ ਤੂੰ ਹੀ ਬੋਲੇਗਾ। ਫਿਰ ਮੈਂ ਸਮਝਦਾ ਵੀ ਉਹ ਮੇਰੀ ਜ਼ਿੰਦਗੀ ਦਾ ਨਾ ਪਲਟਣ ਵਾਲਾ ਮੂਮੈਂਟ ਸੀ, ਜਿਹਨੂੰ ਮੈਂ ਕਹਿੰਦਾ ਨਾ ਵੀ ਜ਼ਿੰਦਗੀ ਪਲਟਦੀ ਹੈ, ਇੱਕ ਚਮਤਕਾਰ ਤੁਹਾਡੀ ਜ਼ਿੰਦਗੀ 'ਚ ਹੁੰਦਾ। ਫਿਰ ਮੈਂ ਸੋਚਿਆ ਵੀ ਨਹੀਂ, ਮਾਸਟਰ ਜੀ ਦੀ ਜੇ ਬੇਇੱਜ਼ਤੀ ਹੋਈ ਹੈ ਤਾਂ ਇੱਜ਼ਤ ਵੀ ਮੈਂ ਹੀ ਬਣਾਉਣੀ ਹੈ। ਮੈਂ ਹਫ਼ਤਾ ਭਰ ਉਸ ਲੇਖ ਨੂੰ ਪੜ੍ਹਿਆ, ਬਹੁਤ ਖੂਬਸੂਰਤ ਲਿਖਿਆ। ਉਹਦੇ ਨਾਲ ਹੋਰ ਜਿਹੜਾ ਲਿਟਰੇਚਰ ਦਾ ਮਸ ਸੀ ਅੰਦਰ ਸਾਹਿਤ ਦਾ, ਉਹ ਵੀ ਪੂਰਾ ਹੋਇਆ। ਅਤੇ ਜਦੋਂ ਮੈਂ ਬੋਲਿਆ ਅਤੇ ਮੈਨੂੰ ਨਕਾਸ਼ ਜੀ ਯਾਦ ਹੈ ਵੀ ਕਿਸੇ ਮਾਸਟਰ ਨੇ ਮੈਨੂੰ ਚਵਾਨੀ ਦਿੱਤੀ, ਕਿਸੇ ਮਾਸਟਰ ਨੇ ਮੈਨੂੰ ਦੀਵਾਨੀ ਦਿੱਤੀ। ਉਦੋਂ ਇਹ ਬਹੁਤ ਵੱਡੀ ਰਕਮ ਹੁੰਦੀ ਸੀ, ਬਹੁਤ ਵੱਡੀ ਰਕਮ ਹੁੰਦੀ ਸੀ। ਅਤੇ ਮੈਂ ਜਦੋਂ ਬਾਅਦ ਵਿੱਚ ਸਟੇਜ ਤੋਂ ਥੱਲੇ ਉਤਰਿਆ ਅਤੇ ਸਾਰੇ ਸ਼ਾਮ ਮੈਂ ਗਿਣੇ ਅਤੇ ਮੇਰੇ ਕੋਲ ਸਵਾ ਕੁ ਰੁਪਈਆ ਇਕੱਠਾ ਹੋ ਗਿਆ। ਅਤੇ ਮੈਂ ਆਪਣੇ ਆਪ ਨੂੰ ਬਾਦਸ਼ਾਹ ਸਮਝ ਰਿਹਾ ਸੀ। ਮੈਂ ਆਪਣੀ ਤਲੀ 'ਤੇ ਸਵਾ ਰੁਪਈਆ ਆਪਣਾ ਕਮਾਇਆ ਹੋਇਆ ਪਹਿਲੀ ਵਾਰ ਦੇਖ ਰਿਹਾ ਸੀਗਾ ਵੀ ਇੱਥੇ ਪਿਆ ਔਰ ਮੈਂ ਖਾ ਪੀ ਸਕਦਾ। ਅਤੇ ਮੈਂ ਜਿਹੜੀ ਕਲਾਸ ਅੱਗੋਂ ਵੀ ਲੰਘਣਾ, ਉਸ ਦਿਨ ਉਸ ਟੀਚਰ ਨੇ ਮੈਨੂੰ ਬੁਲਾਉਣਾ ਅਤੇ ਆਪਣੀ ਕਲਾਸ ਨੂੰ ਕਹਿਣਾ ਐ ਸਿੱਖੋ ਮੁੰਡੇ ਕੋਲੋਂ ਕੁਝ। ਉਹ ਨਕਾਰਾ ਆਦਮੀ, ਉਹ ਕੰਪਲੈਕਸ ਦਾ ਮਾਰਿਆ ਹੋਇਆ ਆਦਮੀ ਇੱਕ ਦਿਨ ਵਿੱਚ ਸਕੂਲ ਦਾ ਹੀਰੋ ਬਣ ਗਿਆ। ਉੱਥੋਂ ਮੈਨੂੰ ਇਹ ਲੱਗਿਆ ਕਿ ਮੈਨੂੰ ਕੁਝ ਬਣਨਾ ਚਾਹੀਦਾ, ਕੁਝ ਕਰਨਾ ਚਾਹੀਦਾ। ਫਿਰ ਮੈਂ ਨਕਾਸ਼ ਜੀ ਆਪਣੇ ਘਰ ਇੱਕ ਸ਼ੀਸ਼ਾ ਸੀ ਸਾਡੇ ਡਰੈਸਿੰਗ ਟੇਬਲ ਦਾ, ਕੁੰਡੀ ਲਾ ਲੈਣੀ ਔਰ ਘੰਟਿਆਂ ਦੇ ਘੰਟਿਆਂ ਬੱਧੀ ਸ਼ੀਸ਼ੇ ਅੱਗੇ ਬੋਲਦੇ ਰਹਿਣਾ।
ਵੀ ਆਪਣਾ ਫੇਸ ਵਿਗਾੜੇ ਬਿਨਾਂ ਕਿਵੇਂ ਬੋਲਣਾ, ਭਾਵ ਕਿਵੇਂ ਪ੍ਰਗਟ ਕਰਨੇ ਆ ਬਿਨਾਂ ਬਹੁਤਾ ਮਟਕਿਆ। ਤੁਸੀਂ ਦੇਖੋ ਕਈ ਆਦਮੀ ਜਦੋਂ ਗੱਲਬਾਤ ਕਰਦੇ ਨਾ ਤਾਂ ਬਹੁਤ ਟੇਢੇ ਮੇਢੇ ਮੂੰਹ ਬਣਾਉਣਗੇ, ਬਹੁਤ ਕਈ ਵਾਰ ਤੁਹਾਨੂੰ ਲੱਗਦਾ ਭਿੰਕਰ ਲੱਗ ਰਹੇ ਨੇ ਉਹ। ਔਰ ਇਹ ਸਾਡੇ ਆਮ ਲੋਕਾਂ ਦੀ ਨਹੀਂ, ਤੁਸੀਂ ਸਾਹਿਤਕਾਰਾਂ ਵਿੱਚ ਵੀ ਦੇਖੋ ਕਈ ਲੋਕ ਸਟੇਜ ਦੇ ਉੱਪਰ ਇਸ ਤਰ੍ਹਾਂ ਕਵਿਤਾ ਪੜ੍ਹਦੇ ਨੇ ਜਿਵੇਂ ਨਾਟਕ ਕਰ ਰਹੇ ਹੋ, ਤਾਂ ਬਹੁਤ ਜ਼ਿਆਦਾ ਓਵਰ ਪਲੇ ਕਰਦੇ ਨੇ, ਭਾਵਾਂ ਨੂੰ ਓਵਰ ਹੋ ਜਾਂਦੇ ਨੇ ਉਹ। ਤਾਂ ਮੇਰੇ ਦਿਮਾਗ ਦੇ ਵਿੱਚ ਸੀਗਾ ਵੀ ਨਹੀਂ, ਓਵਰ ਪਲੇ ਨਾ ਹੋਵੇ ਤੁਹਾਡਾ ਫੇਸ, ਤੁਹਾਡੀ ਆਵਾਜ਼ ਹੀ ਤਾਂ ਸਭ ਕੁਝ ਬਿਆਨ ਕਰੇ ਵੀ ਤੁਹਾਡੀ। ਉਸ ਤੋਂ ਬਾਅਦ ਮੈਂ ਥੋੜ੍ਹਾ ਬਹੁਤ ਸਿੱਖਿਆ ਅਤੇ ਫਿਰ ਮੈਂ ਸ਼ਾਲੀਮਾਰ ਬਾਗ ਹੈ ਉੱਥੇ, ਉਹਦੇ ਪਿੱਛੇ ਬਹੁਤ ਦਰਖਤ ਨੇ। ਨਕਾਸ਼ ਜੀ ਮੈਂ ਉੱਥੇ ਜਾ ਕੇ ਸ਼ਾਮ ਨੂੰ ਬੋਲਣਾ, ਦਰਖਤ ਨੂੰ ਮੈਂ ਸੋਚਣਾ ਇਹ ਬੰਦੇ ਨੇ। ਔਰ ਕਈ ਵਾਰੀ ਉੱਥੇ ਸੈਰ ਕਰਨ ਵਾਲੇ ਲੋਕਾਂ ਨੇ ਖੜੇ ਹੋ ਕੇ ਮੈਨੂੰ ਸੁਣਨ ਲੱਗ ਪੈਣਾ ਵੀ ਇਹ ਬੰਦਾ ਬੱਚਾ ਵੇ, ਪਾਗਲ ਆ, ਵੀ ਇਹ ਇਕੱਲਾ ਬੋਲੀ ਜਾਂਦਾ ਵੈ। ਇਸ ਤਰ੍ਹਾਂ ਇੱਕ ਮੱਸ ਮੈਨੂੰ ਲੱਗੀ। ਅੱਛਾ, ਸ਼ਾਲੀਮਾਰ ਬਾਗ ਵਿੱਚੋਂ ਹੀ ਮੈਨੂੰ ਇਹ ਪਤਾ ਲੱਗਾ ਵੀ ਇੱਥੇ ਇੱਕ ਲਾਇਬ੍ਰੇਰੀ ਵੀ ਹੈ। ਉਸ ਲਾਇਬ੍ਰੇਰੀ ਦੇ ਵਿੱਚ ਜਿਹੜੇ ਇੰਚਾਰਜ ਸੀਗੇ, ਉਹ ਜਦੋਂ ਮੈਂ ਇੱਕ ਦਿਨ ਜਾ ਕੇ ਦੇਖਿਆ ਤਾਂ ਉੱਥੇ ਸਾਰੀ ਇੱਕ ਪੂਰਾ ਵੱਡਾ ਖਾਨਾ ਰੂਸੀ ਸਾਹਿਤ ਦੇ ਨਾਲ ਭਰਿਆ ਪਿਆ ਸੀ। ਆਲਮੋਸਟ ਸਾਰਾ ਚੈਖਵ, ਸਾਰਾ ਗੋਰਕੀ, ਸ਼ੋਲੋਖੋਵ, ਦੋਸਤੋਵਸਕੀ, ਇਹ ਸਾਰੇ ਉੱਥੇ ਵੱਡੀਆਂ ਮੋਟੀਆਂ ਕਿਤਾਬਾਂ ਇਹਨਾਂ ਦੀਆਂ ਪਈਆਂ ਹੋਈਆਂ। ਅਤੇ ਇਹ ਮੈਨੂੰ ਇਹ ਪਤਾ ਨਹੀਂ ਵੀ ਇਹ ਕਿਸ ਤਰ੍ਹਾਂ ਹੈ, ਪਰ ਮੈਨੂੰ ਅੰਗਰੇਜ਼ੀ ਸ਼ੁਰੂ ਤੋਂ ਹੀ ਬਹੁਤ ਆਉਂਦੀ ਸੀ। ਕਿ ਬਹੁਤ ਦਾ ਮਤਲਬ ਵੀ ਮੈਂ ਸਭ ਕੁਝ ਪੜ੍ਹ ਸਕਦਾ ਸੀ। ਅਤੇ ਮੈਂ ਦੇਖਿਆ ਵੀ ਇਸ ਲਾਇਬ੍ਰੇਰੀ ਵਿੱਚ ਤਾਂ ਐਡਾ ਖਜ਼ਾਨਾ ਪਿਆ। ਅਤੇ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਇੱਕ ਦਿਨ ਇੰਚਾਰਜ ਨੂੰ, ਮੈਂ ਕਿਹਾ ਵੀ ਸਰ ਜੀ ਮੈਂ ਇਹ ਕਿਤਾਬਾਂ ਪੜ੍ਹਨੀਆਂ ਚਾਹੁੰਦਾ ਵਾਂ, ਇਹ ਮੈਨੂੰ ਮਿਲ ਸਕਦੀਆਂ? ਉਹ ਕਹਿੰਦੇ ਇਹਦੇ ਲਈ ਮੈਂਬਰ ਬਣਨਾ ਪਏਗਾ। ਮੈਂਬਰ ਬਣਨ ਲਈ ਮੇਰੇ ਕੋਲ ਪੈਸੇ ਨਹੀਂ ਸੀਗੇ। ਮੈਂ ਕਿਹਾ ਜੀ ਪੈਸਿਆਂ ਤੋਂ ਬਿਨਾਂ ਮੈਨੂੰ ਦੱਸੋ ਮੈਂ ਕੀ ਕਰ ਸਕਦਾ। ਉਹ ਹੱਸਣ ਲੱਗ ਪਏ। ਬਹੁਤ ਨੇਕ ਸਮਾਂ ਸੀ ਉਦੋਂ, ਬਹੁਤ ਲੋਕ ਮੁਹੱਬਤ ਭਰੇ ਹੁੰਦੇ ਸੀ। ਗਰੀਬ ਗੁਰਬੇ ਨੂੰ ਲੋਕ ਸਗੋਂ ਜ਼ਿਆਦਾ ਪਿਆਰ ਕਰਦੇ ਸੀ ਕਿ ਜੇ ਉਹ ਦੇਖ ਦਿੰਦੇ ਸੀ ਨਾ ਵੀ ਮਾੜੇ ਕਰਦਾ ਅਤੇ ਉਹ ਸਗੋਂ ਜ਼ਿਆਦਾ ਥਾਪੜੀ ਉਹਨੂੰ ਦਿੰਦੇ ਸੀ। ਹੁਣ ਅਸੀਂ ਦੇਖਦੇ ਹਾਂ ਵੀ ਜਿਹਨੇ ਬ੍ਰੈਂਡਡ ਕੱਪੜੇ ਪਾਏ ਨੇ ਨਾ ਉਹਦੇ ਮੋਢੇ 'ਤੇ ਹੀ ਹੱਥ ਰੱਖਣਾ ਹੈ, ਦੂਜੇ ਵੱਲ ਅਸੀਂ ਦੇਖਦੇ ਹੀ ਹੋਰ ਤਰ੍ਹਾਂ ਵਾਂ। ਉਹ ਮੈਨੂੰ ਕਹਿੰਦੇ ਨੂੰ ਹੋਰ ਕੀ ਕਰ ਸਕਦਾ। ਮੈਂ ਕਿਹਾ ਜੀ ਮੈਂ ਤੁਹਾਡੀ ਸਾਰੀ ਲਾਇਬ੍ਰੇਰੀ ਸਾਫ਼ ਕਰ ਦਿਆ ਕਰਾਂਗਾ, ਸਾਰੀਆਂ ਜਾਣ ਲੱਗਿਆਂ ਕਿਤਾਬਾਂ ਸਾਂਭ ਦਿਆ ਕਰਾਂਗਾ, ਟੇਬਲ ਬਾਰ ਜਿੱਥੇ ਲਾਣਾ ਉੱਥੇ ਲਾ ਦਿਆ ਕਰਾਂਗਾ, ਅਤੇ ਮੈਂ ਇੰਨਾ ਤੁਹਾਡੇ ਲਈ ਕੰਮ ਕਰ ਦਿਆ ਕਰਾਂਗਾ। ਉਹ ਸਿਹਤ ਦੇ ਬਹੁਤ ਭਾਰੇ ਸੀ, ਬਹੁਤ ਮੋਟੇ, ਅਤੇ ਉਹਨਾਂ ਲਈ ਚੱਲਣਾ ਫਿਰਨਾ ਵੀ ਮੁਸ਼ਕਲ ਸੀ। ਉਹਨਾਂ ਨੂੰ ਲੱਗਿਆ ਵੀ ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ। ਤਾਂ ਮੈਂ ਨਕਾਸ਼ ਜੀ ਉਹਨਾਂ ਦੀ ਜਾਣਾ ਸਵੇਰੇ, ਉਹਨਾਂ ਦੀ ਲਾਇਬ੍ਰੇਰੀ ਖੋਲ੍ਹ ਦੇਣੀ, ਅਖਬਾਰਾਂ ਸਾਰੀਆਂ ਸੈੱਟ ਕਰ ਦੇਣੀਆਂ, ਅਤੇ ਉਹਨਾਂ ਦੇ ਕੋਲੋਂ ਉਹਨਾਂ ਨੇ ਕਹਿਣਾ ਕਿਤਾਬਾਂ ਲੈ ਜਾ ਜਿੰਨੀਆਂ ਲੈ ਜਾਣੀਆਂ। ਮੈਂ ਉੱਥੋਂ ਰਸ਼ੀਅਨ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ। ਔਰ ਮੈਂ 10ਵੀਂ 12ਵੀਂ ਤੱਕਰ ਔਰ ਕਾਲਜ ਤੱਕਰ ਜਾਣ ਤੱਕਰ ਦੋਸਤੋਵਸਕੀ, ਗੋਰਕੀ, ਚੈਖਵ, ਟਾਲਸਟਾਏ, ਮਾਇਕੋਵਸਕੀ, ਸ਼ੋਲੋਖੋਵ ਸਭ ਪੜ੍ਹ ਚੁੱਕਾ ਸੀ। ਔਰ ਇਹਨਾਂ ਦੀਆਂ 4-4 5-5 ਨਾਵਲ ਪੜ੍ਹ ਚੁੱਕਾ ਸੀ। ਉਹ ਸਾਰਾ ਕੁਝ ਮੇਰੇ ਅੰਦਰ ਨਾ ਜਾਂਦਾ ਰਿਹਾ। ਇਹਦੇ ਨਾਲ ਮੈਨੂੰ ਲੱਗਦਾ ਵੀ ਮੇਰੇ ਅੰਦਰ ਇੱਕ ਲਿਟਰੇਚਰ ਦੇ ਪ੍ਰਤੀ ਜਿਹਨੂੰ ਕਹਿੰਦੇ ਬੀਜ ਬੀਜਣਾ, ਉਹ ਇੱਕ ਬੀਜ ਬੀਜਿਆ ਗਿਆ ਸਾਹਿਤ ਦੇ ਲਈ, ਜ਼ਿੰਦਗੀ ਨੂੰ ਸਮਝਣ ਲਈ। ਔਰ ਮੈਂ ਉਹ ਨਾਵਲ 8-8 10-10 ਘੰਟੇ ਲਗਾਤਾਰ ਪੜ੍ਹਦੇ ਰਹਿਣਾ। 8-8 10 ਮੈਨੂੰ ਕੋਈ ਭੁੱਖ ਪਿਆਸ ਨਾ ਲੱਗਣੀ। ਮੈਨੂੰ ਲੱਗਣਾ ਵੀ ਮੈਂ ਡਾਨ ਵਹਿੰਦਾ ਰਿਹਾ, ਐਂਡ ਕੁਆਈਟ ਫਲੋਜ਼ ਦਾ ਡਾਨ। ਮੈਂ ਉਸ ਦੁਨੀਆ ਵਿੱਚ ਰਹਿ ਰਿਹਾ ਵਾਂ, ਉਹਦੇ ਪਾਤਰ ਮੇਰੇ ਆਲੇ ਦੁਆਲੇ ਘੁੰਮਦੇ ਰਿਹਾ ਕਰਨੇ। ਮਤਲਬ ਉਹ ਲੋਕ ਰਸ਼ੀਅਨ ਲਿਟਰੇਚਰ ਬਹੁਤ ਹੀ ਤਾਕਤਵਰ ਹੈ। ਉਹ 'ਚ ਕੋਈ ਵੀ ਉਹ ਓਵਰ ਪਲੇ ਨਹੀਂ ਕਰਦੇ, ਕੁਝ ਵਾਧੂ ਨਹੀਂ। ਸਾਡੇ ਨਾਵਲ ਬੜੇ ਘਟਨਾਵਾਂ ਪ੍ਰਧਾਨ ਨੇ। ਤੁਹਾਨੂੰ ਉਹਦੇ 'ਚ ਕੋਈ ਘਟਨਾ ਨਹੀਂ ਲੱਗੇਗੀ, ਤੁਹਾਨੂੰ ਲੱਗੇਗਾ ਜ਼ਿੰਦਗੀ ਚੱਲਦੀ ਪਈ ਹੈ, ਤੁਸੀਂ ਵਿੱਚ ਬੈਠੇ ਹੋਏ ਹੋ, ਤੁਹਾਨੂੰ ਕੁਝ ਓਪਰਾ ਨਹੀਂ ਲੱਗਦਾ। ਹਾਂ, ਤੁਸੀਂ ਸ਼ਾਮਲ ਹੁੰਦੇ ਹੋ। ਮੇਰੇ ਦੁਆਲੇ ਇੱਕ ਉਹ ਜਿਹੜੇ ਕਿਰਤੀ ਲੋਕ ਨੇ, ਜਿਹੜੇ ਉਹਨਾਂ ਦੇ ਨਾਵਲਾਂ ਦੇ ਪਾਤਰ ਨੇ ਬਹੁਤਿਆਂ ਦੇ, ਉਹ ਮੇਰੇ ਅੰਗ ਸੰਗ ਮੇਰੇ ਨਾਲ ਉੱਠਣ ਬੈਠਣ ਜਿੱਦਾਂ ਲੱਗ ਪੈਂਦੇ ਨੇ, ਇਹ ਲੱਗ ਪੈਂਦੇ ਨੇ। ਉਹਨਾਂ ਨੇ ਮੈਨੂੰ ਜ਼ਿੰਦਗੀ ਦੀ ਸੋਝੀ ਵੀ ਦਿੱਤੀ ਅਤੇ ਨਾਲ ਹੀ ਸਾਹਿਤ ਦੇ ਪ੍ਰਤੀ ਵੀ ਮੇਰੀ ਸੋਝੀ ਜਗਾਈ। ਔਰ ਫਿਰ ਮੈਨੂੰ ਮਿਲ ਗਏ ਅਚਾਨਕ, ਕਿਸਮਤ ਚੰਗੀ ਸੀ, ਜਗਜੀਤ ਆਪਣੀ ਜ਼ੀਰਵੀ ਸਾਹਿਬ, ਨਵਾਂ ਜ਼ਮਾਨਾ ਦੇ ਐਡੀਟਰ।
ਉਹਨਾਂ ਨਾਲ ਮੁਲਾਕਾਤ ਹੋਈ, ਉਹਨਾਂ ਨੇ ਮੈਨੂੰ ਆਪਣਾ ਬੱਚਾ ਹੀ ਬਣਾ ਲਿਆ। ਮੈਂ ਉਹਨਾਂ ਦੇ ਘਰ ਚਲੇ ਜਾਣਾ, ਚਾਹ ਬਣਾਉਣੀ, ਉੱਥੇ ਬੈਠੇ ਰਹਿਣਾ। ਜੇ ਉਹਨਾਂ ਨੇ ਮੀਟਿੰਗਾਂ 'ਤੇ ਕਿਤੇ ਬਾਹਰ ਜਾਣਾ ਹੋਣਾ 1-2 ਦਿਨ ਲਈ, ਤੇ ਉਹਨਾਂ ਨੇ ਮੇਰੀ ਡਿਊਟੀ ਲਾ ਦੇਣੀ ਕਿ ਵੀ ਤੂੰ ਮੇਰੇ ਘਰ ਇੰਨੇ ਦਿਨ ਰਹਿਣਾ। ਤਾਂ ਇਸ ਤਰ੍ਹਾਂ ਉਹ ਇੱਕ ਲਿਟਰੇਚਰ ਦੀ ਮੱਸ ਜਾਗ ਪਈ। ਔਰ ਜਦੋਂ ਫਿਰ ਮੈਂ ਇਹ ਸਾਰਾ ਪੜ੍ਹ ਲਿਆ, ਉਹ ਸਾਰਾ ਕੁਝ ਮੇਰੇ ਵਿੱਚ ਸਮਾ ਗਿਆ ਬੜੇ ਸਹਿਜ ਰੂਪ ਦੇ ਵਿੱਚ। ਕੋਈ ਮੈਂ ਮਾਰਕਸਿਜ਼ਮ ਇਸ ਤਰ੍ਹਾਂ ਨਹੀਂ ਪੜ੍ਹਿਆ ਵੀ ਵਾਟ ਇਜ਼ ਮਾਰਕਸਿਜ਼ਮ। ਸਭ ਤੋਂ ਵਧੀਆ ਮਾਰਕਸਿਜ਼ਮ ਉਹਨਾਂ ਨਾਵਲਾਂ ਦੇ ਵਿੱਚ ਪਿਆ ਹੋਇਆ, ਉਹਨਾਂ ਕਿਰਤਾਂ ਵਿੱਚ ਪਿਆ ਹੋਇਆ ਵਾ, ਜਿਹੜਾ ਜ਼ਿੰਦਗੀ ਦੇ ਵਿੱਚ ਘੋਲ ਕੇ ਪਿਆ ਹੋਇਆ ਵਾ। ਉਹ ਸਿਧਾਂਤਾਂ ਵਿੱਚ ਨਹੀਂ ਪਿਆ, ਉਹ ਜੀਵਨ ਦੇ ਵਿਹਾਰ ਵਿੱਚ ਪਿਆ। ਉਹ ਮੇਰੇ ਅੰਦਰ ਚਲਾ ਗਿਆ। ਤੇ ਫਿਰ ਮੈਨੂੰ ਅਚਾਨਕ ਯੂਨੀਵਰਸਿਟੀ ਦੇ ਵਿੱਚ ਮੈਂ ਜਦੋਂ ਗਿਆ ਤੇ 2 ਕਿਤਾਬਾਂ ਮੇਰੇ ਕੋਲ ਹੁੰਦੀਆਂ ਸੀਗੀਆਂ। ਇੱਕ ਦੁਸ਼ਯੰਤ ਸਾਹਿਬ ਦੀ ਸਾਏ ਮੇਂ ਧੂਪ ਔਰ ਇੱਕ ਸੁਰਜੀਤ ਪਾਤਰ ਸਾਹਿਬ ਦੀ ਹਵਾ ਵਿੱਚ ਲਿਖੇ ਹਰਫ। ਇਹ 2 ਕਿਤਾਬਾਂ ਨੇ ਮੈਨੂੰ ਸਾਹਿਤ ਤੋਂ ਗਜ਼ਲ ਵੱਲ ਤੋਰ ਦਿੱਤਾ। ਮੈਨੂੰ ਲੱਗਿਆ ਵੀ ਜੇ ਗਜ਼ਲ, ਕਿਉਂਕਿ ਪੰਜਾਬੀ ਵਿੱਚ ਉਸ ਵੇਲੇ ਗਜ਼ਲ, ਮੈਂ ਮਾਫ ਕਰਨਾ, ਜਿਹੜੇ ਸਾਡੇ ਪੁਰਾਣੇ ਗਜ਼ਲ ਗੋ ਸੀਗੇ ਜਿਨ੍ਹਾਂ ਵਿੱਚ ਸਾਧੂ ਸਿੰਘ ਹਮਦਰਦ ਵੀ ਆਉਂਦੇ ਨੇ, ਠਾਕਰ ਭਾਰਤੀ ਸਾਹਿਬ ਆਉਂਦੇ ਨੇ ਔਰ ਦੂਸਰੇ ਆਉਂਦੇ ਨੇ, ਮੈਨੂੰ ਉਹ ਗਜ਼ਲ ਬਿਲਕੁਲ ਪਸੰਦ ਨਹੀਂ ਸੀ। ਮੈਂ ਮਜ਼ਾਕ ਉਡਾਉਂਦਾ ਹੁੰਦਾ ਸੀ। ਮੈਂ ਕਹਿੰਦਾ ਹੁੰਦਾ ਸੀਗਾ ਵੀ ਜੇ ਇਹੋ ਜਿਹੀ ਗਜ਼ਲ ਲਿਖਣੀ ਹੈ ਤਾਂ ਇਹਨਾਂ ਨੇ 200 ਕਿਤਾਬਾਂ ਕਿਉਂ ਨਹੀਂ ਲਿਖੀਆਂ, ਇਹ 300 ਕਿਤਾਬਾਂ ਕਿਉਂ ਨਹੀਂ ਲਿਖ ਦਿੱਤੀਆਂ ਇਹਨਾਂ ਨੇ, ਜੇ ਇਹਦੇ 'ਚ ਕੁਛ ਨਹੀਂ। ਮੈਨੂੰ ਲੱਗਦਾ ਹੁੰਦਾ ਸੀ ਉਹ ਸ਼ਾਇਦ ਹੋ ਸਕਦਾ ਹੈ ਕਿ ਉਹ ਰੂਸੀ ਸਾਹਿਤ ਦੀ ਸਾਰੀ ਗਹਿਨਤਾ ਔਰ ਜ਼ਿੰਦਗੀ ਨੂੰ ਸਮਝਣਾ, ਘੋਲ, ਸੰਘਰਸ਼, ਦੂਜੇ ਪਾਸੇ ਤੇਰੇ ਨਾਲ ਬਿਤਾਈਆਂ ਰਾਤਾਂ, ਫਿਰ ਨਾ ਮੁੜ ਕੇ ਆਈਆਂ ਰਾਤਾਂ, ਇਸ ਤਰ੍ਹਾਂ ਦੀ ਮੈਨੂੰ ਲੱਗਦਾ ਸੀ ਇਹ ਕੀ ਚੀਜ਼ ਹੈ, ਇਹ ਤਾਂ ਲਿਟਰੇਚਰ ਨਹੀਂ ਹੈਗਾ। ਫਿਰ ਇਹ 2 ਕਿਤਾਬਾਂ ਨੇ ਜਿਹੜੀਆਂ ਹਵਾ ਵਿੱਚ ਲਿਖੇ ਹਰਫ, ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ, ਲਿਟਰੇਚਰ ਹਿੰਦੀ ਵਿੱਚ ਵੀ ਹੈ, ਲਿਟਰੇਚਰ ਪੰਜਾਬੀ ਵਿੱਚ ਵੀ ਹੈ, ਇਹਨਾਂ ਨੂੰ ਪੜ੍ਹ ਕੇ ਔਰ ਆਹ ਲਿਖਣਾ ਹੈ। ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਲਿਖਣਾ ਸਿਖਾਇਆ। ਇਸ ਤਰ੍ਹਾਂ ਮਤਲਬ ਕਿ ਮੈਂ ਹੌਲੀ ਹੌਲੀ ਫਿਰ ਤਖਤ ਸਿੰਘ ਜੀ ਨੂੰ ਪੜ੍ਹਿਆ। ਤਖਤ ਸਿੰਘ ਜੀ ਨੇ ਪੜ੍ਹ ਕੇ ਵੀ ਮੈਨੂੰ ਹੋਰ ਗੰਭੀਰ ਕੀਤਾ। ਅਤੇ ਇਸ ਤਰ੍ਹਾਂ ਮੈਂ ਜ਼ਿੰਦਗੀ 'ਚੋਂ ਨਿਕਲ ਕੇ ਸਾਹਿਤ ਦੇ ਨਾਲ ਔਰ ਸਾਹਿਤ ਤੋਂ ਗਜ਼ਲ ਦੇ ਨਾਲ ਜੁੜ ਗਿਆ। ਉਹ ਜੇ ਮੈਂ ਤੁਹਾਨੂੰ ਦੱਸਾਂ ਤਾਂ ਕਾਲਜ ਦੇ ਵਿੱਚ ਸਾਡੇ ਇੱਕ ਵਾਰ ਆਏ ਮੀਸ਼ਾ ਸਾਹਿਬ। ਮੀਸ਼ਾ ਸਾਹਿਬ ਦਾ ਅੰਦਾਜ਼ ਬੜਾ ਟਿਪੀਕਲ ਸੀਗਾ, ਬੜਾ ਵਿਅੰਗਾਤਮਕ ਜਿਹਾ ਔਰ ਬੜਾ। ਤਾਂ ਜਦੋਂ ਮੈਂ ਉਹਨਾਂ ਨੂੰ ਸਟੇਜ 'ਤੇ ਉਹਨਾਂ ਨੂੰ ਸੁਣਿਆ ਅਤੇ ਇੱਕ ਤਰ੍ਹਾਂ ਦਾ ਮੈਨੂੰ ਨਾ ਇੱਕ ਜਾਗੀ ਚਿਣਗ ਕਿ ਪੰਜਾਬੀ ਗਜ਼ਲ ਉਸ ਤਰ੍ਹਾਂ ਦੀ ਬਿਲਕੁਲ ਸਿੱਧੀ ਪੱਧਰੀ ਵੀ ਨਹੀਂ, ਇਹਦੇ 'ਚ ਜ਼ਿੰਦਗੀ ਦੇ ਬਹੁਤ ਔਖੇ ਅਹਿਸਾਸ ਜਿਹੜੇ ਨੇ, ਬੜੇ ਡਿਫਰੈਂਟ ਅਹਿਸਾਸ ਨੇ ਜਿਹੜੇ ਉਹ ਲਿਖੇ ਜਾ ਸਕਦੇ ਨੇ। ਅਤੇ ਉਹਨਾਂ ਦੇ ਕੋਲੋਂ ਵੀ ਮੈਨੂੰ ਬਹੁਤ ਫਰਕ ਪਿਆ। ਯੂਨੀਵਰਸਿਟੀ ਦੇ ਵਿੱਚ ਦਿੱਲੀ ਵਾਲੇ ਡਾਕਟਰ ਹਰਭਜਨ ਸਿੰਘ ਜੀ, ਬੜਾ ਮੈਂ ਕਹਿੰਦਾ ਵਾਂ ਕਿ ਅੱਜ ਤੱਕ ਦੇ ਪੰਜਾਬੀ ਦੇ ਸਭ ਤੋਂ ਵੱਡੇ ਚਿੰਤਕ ਜਿਹੜੇ ਉਹ ਹੋਏ ਨੇ, ਉਹਨਾਂ ਨਾਲ ਮੁਲਾਕਾਤ ਹੋ ਗਈ। ਉਹ ਮੈਨੂੰ ਬੇਟਾ ਹੀ ਕਹਿੰਦੇ ਸੀਗੇ ਹਮੇਸ਼ਾ, ਕਿਉਂਕਿ ਉਹ ਜਿਸ ਤਰ੍ਹਾਂ ਦਾ ਕ੍ਰਿਟਿਸਿਜ਼ਮ ਔਰ ਜਿਸ ਤਰ੍ਹਾਂ ਦਾ ਲਿਟਰੇਚਰ ਦਾ ਐਨਾਲਿਸਿਸ ਕਰ ਰਹੇ ਸੀ, ਉਹ ਉਸ ਵੇਲੇ ਦੁਨੀਆ ਸਾਡੇ ਪੰਜਾਬੀ ਲਈ ਬੜਾ ਵੱਖਰੀ ਤਰ੍ਹਾਂ ਦਾ ਸੀਗਾ, ਸਾਡਾ ਬੜਾ ਸਿੱਧ ਪੱਧਰਾ ਜਿਹਾ ਸੀਗਾ। ਤਾਂ ਉਹਨਾਂ ਨੇ ਵੀ ਮੈਨੂੰ ਗਾਈਡ ਕੀਤਾ ਇਨਡਾਇਰੈਕਟਲੀ। ਔਰ ਜਦੋਂ ਮੈਂ ਕਾਲਜ 'ਚ ਤੁਹਾਨੂੰ ਦੱਸਿਆ ਅਤੇ ਸਾਡੇ ਕੋਲ ਦੇਖੋ ਟੀਚਰ ਕੌਣ ਨੇ ਉਸ ਕਾਲਜ ਦੇ ਵਿੱਚ, ਕਾਂਗ ਸਾਹਿਬ, ਕੁਲਬੀਰ ਸਿੰਘ ਕਾਂਗ ਜੀ, ਉਸ ਤੋਂ ਬਾਅਦ ਸੁਰਿੰਦਰ ਗਿੱਲ ਜੀ, ਉਸ ਤੋਂ ਬਾਅਦ ਆਪਣੇ ਵਿਰਦੀ ਸਾਹਿਬ, ਔਰ ਅੰਗਰੇਜ਼ੀ ਸਾਨੂੰ ਪੜ੍ਹਾਉਂਦੇ ਸੀ ਨਿਰੰਜਨ ਤਸਨੀਮ ਸਾਹਿਬ, ਜਿਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਨਾਵਲਾਂ ਲਈ ਮਿਲਿਆ। ਇਹ ਮੇਰੇ ਅਧਿਆਪਕ ਸੀਗੇ। ਤਾਂ ਨੈਚੁਰਲੀ ਇਹਨਾਂ ਸਾਰਿਆਂ ਦੇ ਮਗਰ ਮੈਂ, ਜਿਹਨੂੰ ਕਹਿੰਦੇ ਲੇਲੇ ਵਾਂਗੂ ਲੱਗੇ ਰਹਿਣਾ। ਉਹ ਕਈ ਵਾਰੀ ਖਿਝ ਵੀ ਜਾਣਾ ਕਈਆਂ ਨੇ ਵੀ ਤੂੰ ਯਾਰ ਬੜੇ ਸਿਰ ਖਾਨਾ ਹੈ, ਪਰ ਮੈਨੂੰ ਇਹ ਪਤਾ ਸੀਗਾ ਵੀ ਲਿਟਰੇਚਰ ਵਿੱਚ ਜੇ ਤੁਸੀਂ ਜਾਣਾ ਤਾਂ ਨਿਕਾਸੀ ਜਦ ਤੱਕ ਤੁਸੀਂ ਸਾਧਨਾ ਨਹੀਂ ਕਰਦੇ, ਜਦ ਤੱਕ ਤੁਸੀਂ ਪੜ੍ਹਦੇ ਨਹੀਂ, ਉਨੀ ਦੇਰ ਤੱਕ ਲਿਖਣਾ ਨਹੀਂ ਚਾਹੀਦਾ। ਕਿਉਂਕਿ ਬੰਦਾ, ਮੈਂ ਇਸ ਕਹਿੰਦਾ ਹੁੰਦਾ ਕਿ ਬੰਦਾ ਜਦੋਂ ਜੰਮਦਾ ਹੈ ਨਾ ਤੇ ਸੁਣਨਾ ਸਿੱਖਦਾ, ਉਸ ਤੋਂ ਬਾਅਦ ਬੋਲਣਾ ਸਿੱਖਦਾ। ਸਾਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਤੁਹਾਡੇ ਕੋਲ ਸੁਣਨ ਦਾ ਅਭਿਆਸ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ ਉਸ ਤੋਂ ਪੁਰਾਣਾ ਅਸੀਂ ਨਹੀਂ ਸੁਣਦੇ। ਲਿਖਣ ਤੋਂ ਪਹਿਲਾਂ ਪੜ੍ਹਨਾ ਜ਼ਰੂਰੀ ਹੈ, ਉਸੇ ਤਰ੍ਹਾਂ ਸਾਡੇ ਲੋਕ ਪੜ੍ਹਦੇ ਨਹੀਂ। ਇਸ ਕਰਕੇ ਉਹ ਜੋ ਉਹਨਾਂ ਦੀ ਆਪਣੀ ਬੁੱਧੀ ਵਿੱਚ ਹੁੰਦਾ, ਜਿੰਨਾ ਕੁ ਸੀਮਤ,
ਉਹਦੇ ਮੁਤਾਬਕ ਹੀ ਉਹ ਲਿਖੀ ਜਾਂਦੇ ਨੇ। ਔਰ ਇਸ ਕਰਕੇ ਉਹ ਸਾਹਿਤ ਤੁਹਾਨੂੰ ਕਈ ਵਾਰ ਬੜਾ ਊਣਾ, ਬੜਾ ਉਪਰਾ, ਬੜਾ ਖਾਲੀਪਨ ਜਿਹਾ ਲੱਗੇਗਾ। ਲੇਕਿਨ ਜੇ ਤੁਸੀਂ ਸਾਧਨਾ ਕਰਕੇ ਵੱਡੇ ਲੋਕਾਂ ਨੂੰ ਪੜ੍ਹ ਕੇ ਉਹਨਾਂ ਦੇ ਚਿੰਤਨ ਨੂੰ ਆਪਣੇ ਅੰਦਰ ਸਮਾ ਕੇ ਫਿਰ ਸੋਚਦੇ ਹੋ ਵੀ ਹਾਂ ਜੇ ਤੁਹਾਡੇ ਕੋਲ ਗੱਲ ਕਰਨ ਵਾਲੀ ਹੈ ਤੇ ਕਰੋ, ਨਹੀਂ ਤੇ ਆਮ ਗੱਲਬਾਤ ਤਾਂ ਜ਼ਿੰਦਗੀ 'ਚ ਚੱਲਦੀ ਰਹਿੰਦੀ ਹੈਗੀ ਆ, ਉਹਨਾਂ ਨੂੰ ਚੱਲਣ ਦਿਓ। ਹਰ ਲਿਖੀ ਹੋਈ ਚੀਜ਼ ਸਾਹਿਤ ਨਹੀਂ ਹੁੰਦੀ। ਸਾਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝਣ ਦੀ ਲੋੜ ਆ। ਔਰ ਹੁਣ ਇਹ ਨਕਾਸ਼ ਜੀ ਇਹ ਲੋੜ ਨਹੀਂ ਕਿ ਲੋਕਾਂ ਨੂੰ ਇਹ ਕਿਹਾ ਜਾਵੇ ਵੀ ਸਾਹਿਤ ਲਿਖੋ ਜਾਂ ਲਿਖੋ। ਹੁਣ ਲੋੜ ਆ ਲੋਕਾਂ ਨੂੰ ਇਹ ਕਹਿੰਦੇ ਵੀ ਨਾ ਲਿਖੋ, ਕਿਉਂਕਿ ਲੋਕ ਇੰਨਾ ਲਿਖ ਰਹੇ ਨੇ ਔਰ ਬਿਨਾਂ ਅਭਿਆਸ ਦੇ ਲਿਖ ਰਹੇ ਨੇ। ਔਰ ਉਹਨਾਂ ਨੂੰ ਬੇਲੋੜਾ ਹੁੰਗਾਰਾ ਕੁਝ ਵਿਸ਼ੇਸ਼ ਕਾਰਨਾਂ ਕਰਕੇ ਲੋਕਾਂ ਨੂੰ ਮਿਲ ਜਾਂਦਾ ਹੈ, ਜਿਹਦੇ ਕਰਕੇ ਇਸ ਵੇਲੇ ਲਿਟਰੇਚਰ ਦੇ ਵਿੱਚ ਇੰਨੀ ਜ਼ਿਆਦਾ ਭਰਪੂਰ ਮਾਤਰਾ ਵਿੱਚ ਲਿਖਿਆ ਜਾ ਰਿਹਾ ਕਿ ਅਸਲ ਵਿੱਚ ਮੈਂ ਸਮਝਦਾ ਵੀ ਉਹ ਲਿਟਰੇਚਰ ਨਹੀਂ ਹੈਗਾ, ਉਹ ਐਵੇਂ ਹੀ ਹੈ, ਕਿਉਂਕਿ ਉਹ ਲਿਖਤਾਂ ਨੇ, ਸਾਹਿਤਕ ਲਿਖਤਾਂ ਨਹੀਂ ਹੈਗੀਆਂ। ਤਾਂ ਸਾਨੂੰ ਇਸ ਵੇਲੇ ਬਹੁਤ ਹੀ ਸੁਚੇਤ ਹੋਣ ਦੀ ਔਰ ਹਰ ਇੱਕ ਦਾ ਪਿੱਠ ਥਪਥਪਾਉਣ ਦੀ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਨੂੰ ਰੋਕਣ ਦੀ ਲੋੜ ਹੈ ਕਿ ਪੜ੍ਹੋ। ਮੈਂ ਜਦੋਂ ਤੁਸੀਂ ਦੇਖੋ ਨਾ ਵੀ ਲਿਖਣ ਤੋਂ ਪਹਿਲਾਂ ਕਿੰਨੇ ਤੁਹਾਨੂੰ ਮੈਂ ਦੱਸਿਆ ਸਾਹਿਤਕਾਰ ਪੜ੍ਹੇ ਔਰ ਹਿੰਦੀ ਦੇ 'ਚ ਗਏ ਔਰ ਵਗੈਰਾ ਹੋਰ ਵਗੈਰਾ ਪੜ੍ਹੇ। ਦੁਸ਼ਯੰਤ ਸਾਹਿਬ ਨੂੰ ਪੜ੍ਹਿਆ, ਸਾਰੇ ਪੰਜਾਬੀ ਦੇ ਤਖਤ ਸਿੰਘ ਜੀ ਪੜ੍ਹੇ, ਆਪਣੇ ਜਿਹੜੇ ਸੀਗੇ ਅੰਮ੍ਰਿਤਸਰ ਦੇ ਚਿੱਤਰਕਾਰ ਸਾਹਿਬ ਉਹਨਾਂ ਨੂੰ ਪੜ੍ਹਿਆ, ਹੈ ਨਾ। ਇਹ ਸਾਰੇ ਜਦ ਪੜ੍ਹਨ ਤੋਂ ਬਾਅਦ ਮੈਨੂੰ ਲੱਗਿਆ ਵੀ ਹੁਣ ਇਸ ਤੋਂ ਉੱਪਰ ਹੁਣ ਮੈਂ ਲਿਖਣ ਦੇ ਕਾਬਲ ਹੋ ਗਿਆ ਵਾਂ। ਔਰ ਲਗਭਗ ਮੈਂ ਜਿਸ ਵੇਲੇ ਨਕਾਸ਼ ਸਾਹਿਬ ਗਜ਼ਲ ਲਿਖਣੀ ਸ਼ੁਰੂ ਕੀਤੀ ਮੈਂ 300 350 ਕਵਿਤਾਵਾਂ ਲਿਖ ਚੁੱਕਾ ਸੀ, ਜਿਹੜੀਆਂ ਮੈਂ ਸੁੱਟ ਦਿੱਤੀਆਂ ਮਿੱਟੀ ਵਿੱਚ ਕਿ ਇਹ ਅਭਿਆਸ ਹੈ। ਹਰ ਚੀਜ਼ ਛਪਣ ਵਾਲੀ ਨਹੀਂ ਹੁੰਦੀ, ਹਰ ਚੀਜ਼ ਸਾਹਿਤ ਨਹੀਂ ਹੁੰਦੀ। ਔਰ ਲਗਭਗ 40-50 ਗਜ਼ਲਾਂ ਜਿਹੜੀਆਂ ਮੈਂ ਪਾੜ ਕੇ ਸੁੱਟ ਦਿੱਤੀਆਂ ਕਿ ਇਹ ਅਭਿਆਸ ਹੈ, ਇਹ ਅਭਿਆਸ ਖਤਮ ਹੋ ਗਿਆ, ਇਹ ਛਪਣ ਵਾਲੀਆਂ ਨਹੀਂ। ਫਿਰ ਇੱਕ ਸਟੇਜ ਆਈ ਜਦੋਂ ਮੈਂ ਯੂਨੀਵਰਸਿਟੀ ਐਮਫਿਲ ਕਰਨ ਗਿਆ। ਉੱਥੇ ਮੈਨੂੰ ਡਾਕਟਰ ਹਰਭਜਨ ਸਿੰਘ ਭਾਟੀਆ ਮੇਰੇ ਦੋਸਤ ਨੇ, ਬਹੁਤ ਵੱਡੇ ਚਿੰਤਕ ਨੇ ਇਸ ਵੇਲੇ, ਉਹ ਆਲੋਚਕ ਨੇ। ਉਹ ਮੈਨੂੰ ਇੱਕ ਦਿਨ ਕਹਿੰਦੇ ਯਾਰ ਤੂੰ ਭੇਜਦਾ ਕਿਉਂ ਨਹੀਂ ਕਿਧਰੇ। ਮੈਂ ਬੜਾ ਅੰਦਰ, ਜਿਹਨੂੰ ਕਹਿੰਦੇ ਨਾ ਵੀ ਅੰਦਰ ਰਹਿਣ ਵਾਲਾ ਬੰਦਾ, ਬਹੁਤਾ ਆਊਟਸਪੋਕਨ ਨਹੀਂ, ਬਹੁਤ ਮੈਨੂੰ ਬਹੁਤੇ ਲੋਕਾਂ ਨਾਲ ਮਿਲਣਾ ਨਹੀਂ ਚੰਗਾ ਲੱਗਦਾ। ਇਸ ਤਰ੍ਹਾਂ ਦਾ ਮੈਂ ਬੜਾ ਸੈਲਫ ਜਿਹਾ ਅੰਦਰ ਜੇ ਰਹਿਣ ਵਾਲਾ ਬੰਦਾ। ਤਾਂ ਉਹ ਮੈਨੂੰ ਕਹਿੰਦੇ ਯਾਰ ਇੱਦਾਂ ਤਾਂ ਨਹੀਂ ਗੱਲ ਬਣਦੀ, ਤੂੰ ਲਿਖਦਾ ਇੰਨਾ ਵਧੀਆ ਤੇ ਤੂੰ ਛਪਦਾ ਕਿਉਂ ਨਹੀਂ। ਡਾਕਟਰ ਭਾਟੀਏ ਨੇ ਸਭ ਤੋਂ ਪਹਿਲੀ ਵਾਰ ਮੇਰੀਆਂ 5 ਗਜ਼ਲਾਂ ਮੇਰੇ ਕੋਲ ਬੈਠ ਕੇ, ਮੇਰੇ ਕੋਲੋਂ ਸੁਣ ਕੇ ਕਾਗਜ਼ 'ਤੇ ਲਿਖੀਆਂ, ਮੇਰੇ ਸਾਹਮਣੇ ਐਨਵੈਲਪ ਵਿੱਚ ਪਾਈਆਂ ਤੇ ਆਰਸੀ ਨੂੰ ਭੇਜਤੀਆਂ। ਮੈਂ ਕੁਝ ਨਹੀਂ ਕੀਤਾ, ਡਾਕਟਰ ਭਾਟੀਆ ਕਰ ਰਿਹਾ ਸਾਰਾ ਕੁਝ ਉੱਥੇ ਬੈਠਾ ਆਪਣੇ ਟੇਬਲ 'ਤੇ। ਮਹੀਨੇ ਬਾਅਦ ਜਦੋਂ ਆਰਸੀ ਆਇਆ ਤੇ ਮੇਰੀ ਗਜ਼ਲ ਲੱਗੀ ਹੋਈ। ਮੈਂ ਕਿਹਾ ਮੇਰੀ ਜ਼ਿੰਦਗੀ ਦੀ ਪਹਿਲੀ ਗਜ਼ਲ ਆਰਸੀ 'ਚ ਛਪੀ, ਜਿੱਥੇ ਕਰਤਾਰ ਸਿੰਘ ਦੁੱਗਲ ਸਾਹਿਬ ਛਪਦੇ ਹੈ, ਜਿੱਥੇ ਦਲੀਪ ਕੌਰ ਟਿਵਾਣਾ ਛਪਦੀ ਹੈ, ਜਿੱਥੇ ਅਜੀਤ ਕੌਰ ਛਪਦੀ ਹੈ, ਉਹਦੇ ਵਿੱਚ ਹਰਦਿਆਲ ਸਾਗਰ। ਤਾਂ ਜਦੋਂ ਹੀ ਉਹ ਛਪੀ ਤਾਂ ਚਾਰੇ ਪਾਸੇ ਇੱਕ ਤਰ੍ਹਾਂ ਦਾ ਨਾ ਯੂਨੀਵਰਸਿਟੀ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਉਹ ਐਮਫਿਲ ਕਰਦਾ ਮੁੰਡਾ ਇੱਥੇ ਇੱਕ ਉਹਦੀ ਆਰਸੀ 'ਚ ਛਪੀ ਹੈ। ਤੇ 5 ਦੀਆਂ 5 ਗਜ਼ਲਾਂ ਨਕਾਸ਼ ਜੀ ਉਹ ਪਾਪਾ ਪ੍ਰੀਤਮ ਸਿੰਘ ਜੀ ਨੇ ਆਰਸੀ ਵਿੱਚ ਚਲਾ ਦਿੱਤੀਆਂ। ਵੱਡਾ ਨਾਮ ਸੀ। ਹਾਂ, ਔਰ ਉਹ ਆਰਸੀ ਦਾ ਮਤਲਬ ਸੀ ਉਸ ਵੇਲੇ ਆਰਸੀ ਤੇ ਨਾਗਮਣੀ, ਇਹ 2 ਮੈਗਜ਼ੀਨ ਉਸ ਵੇਲੇ ਐਸੇ ਸੀਗੇ ਜਿਨ੍ਹਾਂ ਵਿੱਚ ਜੇ ਤੁਸੀਂ ਛਪ ਗਏ ਤਾਂ ਮਤਲਬ ਕਰੰਸੀ ਜਿੱਦਾਂ ਸਰਕਾਰ ਦੀ ਲੱਗ ਜਾਂਦੀ ਤੇ ਕਾਗਜ਼ ਨੋਟ ਬਣ ਜਾਂਦਾ, ਤੁਸੀਂ ਕਾਗਜ਼ ਤੋਂ ਨੋਟ ਬਣ ਜਾਂਦੇ ਹੋ। ਉਹ ਹਰਦਿਆਲ ਸਾਗਰ ਨੋਟ ਬਣ ਗਿਆ ਉਸ ਵੇਲੇ ਇਹ ਇੱਕ ਆਰਸੀ ਦੇ 'ਚ ਛਪਣ ਦੇ ਨਾਲ। ਫਿਰ ਪਰਮਿੰਦਰਜੀਤ ਜੀ ਨੇ ਉੱਥੇ ਲੋ ਅੰਮ੍ਰਿਤਸਰੀ ਸੀਗੇ, ਜਦੋਂ ਉਹਨਾਂ ਨੇ ਆਰਸੀ 'ਚ ਮੇਰੀਆਂ 1-2 ਦੇਖੀਆਂ ਤੇ ਉਹ ਮੈਨੂੰ ਮਿਲੇ। ਉਹ ਕਹਿੰਦੇ ਯਾਰ ਤੂੰ ਦਿੱਲੀ 'ਚ ਭੇਜਦਾ, ਸਾਨੂੰ ਨਹੀਂ ਭੇਜਦਾ। ਫਿਰ ਉਹ ਬੜੀ ਮੁਹੱਬਤ ਕਰਦੇ ਸੀ, ਬਹੁਤ ਪਿਆਰ ਕਰਦੇ ਸੀ, ਉਹ ਮਿਲੇ। ਇਸੇ ਤਰ੍ਹਾਂ ਮੈਨੂੰ ਉਹ ਜਿਹੜੇ ਮੈਂ ਤੁਹਾਨੂੰ ਕਹਿੰਦਾ ਅਜਾਇਬ ਚਿੱਤਰਕਾਰ ਜੇ, ਇੱਕ ਦਿਨ ਮੈਂ ਉਹ ਯੂਨੀਵਰਸਿਟੀ ਦੀਆਂ ਲਾਇਬ੍ਰੇਰੀ ਦੀਆਂ ਪੌੜੀਆਂ ਉਤਰਦਾ ਪਿਆ ਸੀ ਤੇ ਉਦੋਂ ਦੂਜੇ ਪਾਸਿਓਂ ਦੀ ਮੈਂ TV ਤੇ ਇੱਕ ਪ੍ਰੋਗਰਾਮ ਉਦੋਂ ਦੇ ਚੁੱਕਾ ਸੀਗਾ। ਉਹ ਉੱਧਰਲੇ ਪਾਸਿਓਂ ਚੜ੍ਹਦੇ ਪਏ ਸੀ, ਮੈਂ ਇੱਧਰਲੇ ਪਾਸਿਓਂ ਉਤਰਦਾ ਪਿਆ ਸੀ। ਉਹਨਾਂ ਨੇ ਐਂ ਕਰਕੇ ਦੇਖਿਆ ਮੈਨੂੰ, ਕਹਿੰਦੇ ਉਹ ਨੌਜਵਾਨ ਰੁਕੀ ਜਰਾ। ਤਾਂ ਮੈਂ ਰੁਕ ਗਿਆ। ਉਹ ਆਏ ਮੇਰੇ ਕੋਲ, ਤੂੰ ਹਰਦਿਆਲ ਸਾਗਰ ਹੈ? ਮੈਂ ਕਿਹਾ ਹਾਂਜੀ। ਉਹਨਾਂ ਮੈਨੂੰ ਜੱਫੇ 'ਚ ਲੈ ਲਿਆ,
ਕਹਿੰਦੇ ਸਾਨੂੰ ਹੁਣ ਗਜ਼ਲ ਲਿਖਣ ਦੀ ਲੋੜ ਨਹੀਂ। ਇਹ ਮੈਂ ਇਹ ਨਹੀਂ ਵੀ ਮੈਂ ਉਹਨਾਂ ਜਿੱਡਾ ਹੋ ਗਿਆ ਸੀ, ਮੈਂ ਉਹਨਾਂ ਤੋਂ ਵੱਡਾ ਹੋ ਗਿਆ ਸੀ। ਮੈਂ ਕਹਿ ਰਿਹਾ ਵੀ ਉਹ ਲੋਕ ਕਿੰਨੇ ਚੰਗੇ ਸੀ, ਕਿੰਨੇ ਮੁਹੱਬਤੀ ਸੀ, ਕਿੰਨਾ ਹੁਲਾਰਾ ਮਿਲਦਾ ਇੱਕ ਨੌਜਵਾਨ ਮੁੰਡੇ ਨੂੰ ਜਿਹਨੇ ਲਿਖਣਾ ਸ਼ੁਰੂ ਕੀਤਾ। ਤੁਸੀਂ ਉਹਨੂੰ ਐਡੇ ਕੱਦ ਦਾ ਬੰਦਾ ਜੱਫੀ ਪਾ ਕੇ ਕੁੱਟ ਕੇ ਔਰ ਪਛਾਣ ਕੇ ਆਵਾਜ਼ ਮਾਰ ਕੇ ਕਵੇ ਵੀ ਸਾਨੂੰ ਹੁਣ ਕੋਈ ਅਫਸੋਸ ਨਹੀਂ ਜੇ ਨਾ ਵੀ ਲਿਖੀਏ, ਇਹ ਮੇਰੇ ਲਈ ਬੜੀ ਵੱਡੀ ਗੱਲ। ਇਸੇ ਤਰ੍ਹਾਂ ਹੀ ਨਕਾਸ਼ ਜੀ, ਇੱਕ ਵਾਰ ਮੈਂ ਕਪੂਰਥਲੇ ਲਾਇਬ੍ਰੇਰੀ 'ਚੋਂ ਨਿਕਲਦਾ, ਮੇਰੀ ਜ਼ਿੰਦਗੀ ਲਾਇਬ੍ਰੇਰੀਅਨ ਦੁਆਲੇ ਘੁੰਮਦੀ ਰਹਿੰਦੀ ਸੀਗੀ। ਅਤੇ ਕਪੂਰਥਲੇ ਉਹ ਜਿਹੜੇ ਸੀਗੇ ਚੰਗੀ ਹੈਲਥ ਵਾਲੇ ਲੇਖਕ, ਉਹ ਮੈਨੂੰ ਮਿਲੇ, ਹੁਣੇ ਮੈਨੂੰ ਨਾਮ ਯਾਦ ਆ ਜਾਂਦਾ। ਇਸੇ ਤਰ੍ਹਾਂ ਹੀ ਉਹਨਾਂ ਨੇ ਮੈਨੂੰ ਪਛਾਣ ਲਿਆ ਔਰ ਉਹਨਾਂ ਨੇ ਮੈਨੂੰ ਕੁੱਟ ਕੇ ਜੱਫੀ 'ਚ ਪਾ ਕੇ ਅਤੇ ਕਹਿੰਦੇ ਵੀ ਬਹੁਤ ਸੋਹਣੀ ਤੂੰ ਲਿਖਦਾ। ਤੋ ਲੋਕਾਂ ਦੇ ਪਿਆਰ ਨਾਲ, ਮੁਹੱਬਤ ਨਾਲ ਫਿਰ ਉਹ ਹੌਲੀ ਹੌਲੀ ਛਪਣਾ ਸ਼ੁਰੂ ਹੋ ਗਿਆ ਅਤੇ ਇਸ ਤਰ੍ਹਾਂ ਅੱਗੇ ਗਜ਼ਲ ਚੱਲਦੀ ਗਈ। ਬਸ ਲਿਖਣਾ ਸੀ ਅਤੇ ਕਿਉਂਕਿ ਬਹੁਤ ਕੁਝ ਸੀ, ਬੜਾ ਕੁਝ ਪੜ੍ਹਿਆ ਸੀ, ਜ਼ਿੰਦਗੀ ਆਲੇ ਦੁਆਲੇ ਬੜੀ ਦੇਖਦਾ ਸੀ ਮੈਂ, ਲੋਕ ਕਿਸ ਤਰ੍ਹਾਂ ਕਸ਼ਟ ਵਿੱਚ ਨੇ, ਲੋਕ ਜ਼ਿੰਦਗੀ ਕਿੰਨੀ ਪੇਚੀਦਾ ਵੈ। ਤਾਂ ਨੈਚੁਰਲੀ ਹੈ ਵੀ ਮੇਰਾ ਇਹ ਫਰਜ਼ ਵੀ ਬਣਦਾ ਸੀ ਕਿ ਜੇ ਮੈਨੂੰ ਇਹ ਮੇਰੇ ਵਿੱਚ ਕੁਵਤ ਹੈ ਲਿਖਣ ਦੀ ਤਾਂ ਮੈਨੂੰ ਲਿਖਣਾ ਵੀ ਚਾਹੀਦਾ ਵੈ। ਤੋ ਇਹ ਸਿਲਸਿਲਾ ਇਸ ਤਰ੍ਹਾਂ ਹੀ ਹੈ। ਸਾਗਰ ਤਾਂ ਬਸ ਐਵੇਂ ਹੀ ਮਤਲਬ ਕਿ ਨਾ, ਮੈਨੂੰ ਯਾਦ ਹੈ ਇੱਕ ਦਿਨ ਅਸੀਂ 8-10 ਦੋਸਤ ਬੈਠੇ ਸੀਗੇ, ਉਹਨਾਂ ਵਿੱਚ ਰਵੀਦੀਪ ਵੀ ਸੀਗੇ, ਲਲਿਤ ਬਹਿਲ ਜੀ ਸੀਗੇ, ਡਰਾਮੇ ਦੇ ਫਿਲਮਾਂ ਦੇ ਬੜੇ ਵੱਡੇ ਨਾਮ ਨੇ। ਹਾਂ, ਉਹਨਾਂ ਦੇ ਅਸੀਂ ਸਾਰੇ ਇਕੱਠੇ ਸੀਗੇ, ਅਸੀਂ ਦੋਸਤ, ਇੱਕ ਗਰੁੱਪ ਹੁੰਦਾ ਸੀ ਸਾਡਾ। ਤੋ ਇੱਕ ਦਿਨ ਅਸੀਂ ਬੈਠੇ ਤੇ ਉਹ ਕਹਿੰਦੇ ਯਾਰ ਆਪਣੇ ਤਖੱਲਸ ਰੱਖੋ। ਅੱਛਾ ਜੀ। ਤੋ ਉਹਨਾਂ 4-5 ਦੋਸਤਾਂ ਨੇ ਨਾ ਇੱਕ ਦੂਜੇ ਦੇ ਤਖੱਲਸ ਰੱਖ ਦਿੱਤੇ। ਉਹ ਰਵੀ ਪ੍ਰਕਾਸ਼ ਸੀ, ਰਵੀਦੀਪ ਬਣ ਗਿਆ, ਮੈਂ ਹਰਦਿਆਲ ਚੰਦ ਸੀ। ਉਹਨਾਂ ਕਿਹਾ ਯਾਰ ਕੋਈ ਨਾ ਹੀ ਨਹੀਂ ਇੰਪ੍ਰੈਸਿਵ, ਚਲੋ ਉਹਨਾਂ ਨੇ ਸਾਗਰ ਲਗਾਤਾ। ਤਾਂ ਇਹ ਮਤਲਬ ਕਿ ਨਾ ਦੋਸਤਾਂ ਦਾ ਹੀ ਇਹ ਦਿੱਤਾ ਹੋਇਆ ਹੈ। ਤਾਂ ਫਿਰ ਮੈਨੂੰ ਲੱਗਦਾ ਵਾ ਕਿ ਜਦੋਂ ਗਜ਼ਲਾਂ ਛਪਦੀਆਂ ਰਹੀਆਂ ਇੱਧਰ ਉੱਧਰ, ਅਤੇ ਬਿਮਲ ਜੀ ਜਿਹੜੇ ਸੀਗੇ ਕੁਕੂਨਸ ਪ੍ਰਕਾਸ਼ਨ ਵਾਲੇ, ਇੱਦਾਂ ਹੀ ਉਹਨਾਂ ਨਾਲ ਮੁਲਾਕਾਤ ਹੋਈ, ਕਿਉਂਕਿ ਉਹ ਨਵਾਂ ਜ਼ਮਾਨਾ ਦੇ ਥੱਲੇ ਹੀ ਉਹਨਾਂ ਦੀ ਦੁਕਾਨ ਸੀਗੀ। ਤਾਂ ਉਹ ਉੱਥੇ ਕਿਤਾਬਾਂ ਦੇਖਣ ਚਲੇ ਗਏ। ਤਾਂ ਉਹ ਕਹਿੰਦਾ ਉਹ ਤੂੰ ਸਾਗਰ ਹੈ? ਅੱਛਾ, ਮੈਂ ਕਿਹਾ ਹਾਂ। ਕਹਿੰਦਾ ਕਿਤਾਬ ਛਪਵਾ ਆਪਣੀ। ਤਾਂ ਉਹਨਾਂ ਨੇ ਮੇਰੀ ਜਿਹੜੀ ਪਹਿਲੀ ਕਿਤਾਬ ਤਾਂ ਛਪੀ ਸੀਗੀ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਤੋਂ, ਬਿਨ ਸਰਨਾਮੇ ਪੈਰ, 1984 ਵਿੱਚ। 2004 ਵਿੱਚ ਮੇਰੀ ਦੂਸਰੀ ਕਿਤਾਬ ਉਹਨਾਂ ਨੇ ਛਾਪੀ, ਬਿਮਲ ਜੀ ਨੇ, ਜੰਗਲ ਦਾ ਕੋਹਰਾਮ। ਉਹਨਾਂ ਨੇ ਬਹੁਤ ਕਿਤਾਬ ਰੀਝ ਨਾਲ ਛਾਪੀ, ਰੀਝ ਨਾਲ ਵੇਚੀ। ਮੇਰੇ ਕੋਲੋਂ ਨਹੀਂ ਉਹਨਾਂ ਨੇ ਪੈਸਾ ਟਕਾ ਮੰਗਿਆ ਕੁਛ, ਬਹੁਤ ਪਿਆਰ ਕਰਦੇ ਸੀਗੇ। ਅਤੇ ਉਹਦੇ ਨਾਲ ਥੋੜ੍ਹਾ ਹੋਰ ਨਾਮ, ਜਦੋਂ ਕਿਤਾਬ ਛਪ ਜਾਂਦੀ ਹੈ ਤਾਂ ਤੁਹਾਨੂੰ ਹੋਰ ਲੋਕ ਜਾਣਨ ਲੱਗ ਪੈਂਦੇ ਨੇ। ਕਿਉਂਕਿ ਉਹ ਜਿਹੜੀ ਮੇਰੀ ਗਜ਼ਲ ਸੀ ਉਹ ਆਪਣੇ ਵੇਲੇ ਦੀ ਗਜ਼ਲ ਤੋਂ ਬਿਲਕੁਲ ਡਿਫਰੈਂਟ ਸੀਗੇ, ਬਿਲਕੁਲ ਹਟਵੀਂ ਸੀਗੇ, ਬਹੁਤ ਚਿੰਤਨਮਈ, ਬਹੁਤ ਥਾਟਫੁਲ। ਔਰ ਮਤਲਬ ਕਿ ਮੈਂ ਇਹ ਸਮਝਦਾ ਵਾਂ ਕਿ ਸ਼ੁਕਰ ਹੈ ਕਿ ਮੈਂ ਨਾ ਬਹਿਰਾ ਸਿੱਖਣ ਦੇ ਵੱਲ ਨਹੀਂ ਗਿਆ, ਨਾ ਮੈਨੂੰ ਕੋਈ ਸ਼ੁਕਰ ਹੈ ਗੁਰੂ ਮਿਲਿਆ। ਮੈਂ ਸ਼ੁਕਰ ਕਰਦਾ ਵੀ ਮੈਨੂੰ ਕੋਈ ਗੁਰੂ ਨਹੀਂ ਮਿਲਿਆ, ਕਿਉਂਕਿ ਆਮ ਤੌਰ 'ਤੇ ਇਸ ਤਰ੍ਹਾਂ ਹੁੰਦਾ ਵਾ ਵੀ ਗੁਰੂ ਸਾਡਾ ਨਾ ਸਿਸਟਮ ਹੋਰ ਹੈ ਨਕਾਸ਼ ਜੀ। ਸਾਡੇ ਦੇਸ਼ ਦੇ ਵਿੱਚ ਨਾ ਇਹ ਪ੍ਰਥਾ ਚੱਲਦੀ ਹੈ ਵੀ ਜਿਹੜੇ ਚੇਲਾ ਵੈ ਨਾ, ਇਹ ਗੁਰੂ ਤੋਂ ਵੱਡਾ ਨਹੀਂ ਹੋ ਸਕਦਾ। ਗੁਰੂ ਤਾਂ ਗੁਰੂ ਹੈ। ਇਹ ਚੀਜ਼ ਬਹੁਤ ਨੁਕਸਾਨਦਾਇਕ ਹੈ ਅਸਲ ਸੋਸਾਇਟੀ ਲਈ, ਕਿਸੇ ਵੀ ਸਮਾਜ ਲਈ। ਸਭ ਤੋਂ ਹਾਨੀਕਾਰਕ ਚੀਜ਼ ਇਹ ਹੈ ਕਿ ਚੇਲਾ ਗੁਰੂ ਤੋਂ ਛੋਟਾ ਹੋਏਗਾ। ਅਗਰ ਤੁਸੀਂ ਬਾਹਰ ਦੇ ਦੇਸ਼ਾਂ 'ਚ ਦੇਖੋ, ਚੇਲਾ ਗੁਰੂ ਤੋਂ ਵੱਡਾ ਹੁੰਦਾ। ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਦੱਸਦਾ। ਪਲੈਟੋ ਸਾਹਿਤ ਦਾ ਘੋਰ ਵਿਰੋਧੀ ਸੀ ਜੀ, ਅਤੇ ਉਹਨੇ ਕਿਹਾ ਵੀ ਸਾਰੇ ਸਾਹਿਤਕਾਰਾਂ ਨੂੰ ਬੰਨ੍ਹ ਕੇ ਨਾ ਅਤੇ ਦਰਿਆ ਦੇ ਵਿਚਕਾਰ ਜਾ ਕੇ ਡੋਬ ਦਿਓ, ਕਿਉਂਕਿ ਜਿਹੜੀ ਉਹ ਫਿਲਾਸਫਰ ਸੀਗਾ,
ਉਹ ਕਹਿ ਰਿਹਾ ਵੀ ਜਿਹੜੀ ਗੱਲ ਇਹ ਫਿਲਾਸਫੀ ਨਾਲ ਸਮਝਾਈ ਜਾ ਸਕਦੀ ਹੈ, ਇਹ ਕਰੈਕਟਰ ਬਣਾ ਕੇ, ਰਵਾ ਕੇ, ਹਸਾ ਕੇ, ਡਰਾਮੇ ਕਰ ਕਰਕੇ ਗੱਲ ਸਮਝਾਉਂਦੇ, ਇਹ ਬੇਵਕੂਫ ਨੇ। ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਲੋਕਾਂ ਦੀਆਂ ਭਾਵਾਂ ਨਾਲ ਖੇਡਦੇ ਨੇ, ਇਹਨਾਂ ਨੂੰ ਡੁੱਬੋ। ਹੁਣ ਉਹਦਾ ਹੀ ਚੇਲਾ ਅਰਸਤੂ ਨੇ ਕਿਹਾ ਨੋ, ਬਿਲਕੁਲ ਗਲਤ ਗੱਲ। ਉਹ ਸਾਡੀਆਂ ਭਾਵਨਾਵਾਂ ਨਾਲ ਛੇੜਛਾੜ ਨਹੀਂ ਕਰਦੇ, ਖਿਲਵਾੜ ਨਹੀਂ ਕਰਦੇ, ਉਹ ਉਹਨਾਂ ਭਾਵਨਾ ਦਾ ਵਿਰੇਚਨ ਕਰਦੇ ਨੇ, ਕਥਾਰਸਸ ਕਰਦੇ ਨੇ। ਇਸ ਕਰਕੇ ਜੇ ਭਾਵਨਾਵਾਂ ਦਾ ਕਥਾਰਸਸ ਜੇ ਨਹੀਂ ਹੋਏਗਾ ਤੇ ਭਾਵਨਾਵਾਂ ਤੁਹਾਨੂੰ ਪਾਗਲ ਕਰ ਦੇਣਗੀਆਂ, ਉਹ ਤੁਹਾਨੂੰ ਹਲਕਾ ਫੁਲਕਾ ਕਰਦੇ ਨੇ, ਉਹ ਦੂਸਰੇ ਬੰਦੇ ਤੱਕ ਤੁਹਾਡੀ ਗੱਲ ਲੈ ਕੇ ਜਾਂਦੇ ਨੇ, ਕਿਉਂਕਿ ਉਹ ਹਕੀਮ ਦਾ ਪੁੱਤਰ ਸੀ ਤੇ ਉਹਨੇ ਆਪਣੇ ਫਾਦਰ ਨੂੰ ਦੇਖਿਆ ਸੀ ਵੀ ਜਿਹੜੇ ਲੋਕ ਲੋੜੋਂ ਵੱਧ ਖਾ ਲੈਂਦੇ ਨੇ ਨਾ, ਤੇ ਉਹ ਉਹਨਾਂ ਨੂੰ ਐਸੀ ਦਵਾਈ ਦਿੰਦਾ ਸੀ ਜਿਹਦੇ ਨਾਲ ਉਹ ਵੋਮਿਟਿੰਗ ਹੋ ਜਾਏ, ਖਾਧਾ ਪੀਤਾ ਬਾਹਰ ਨਿਕਲ ਜਾਵੇ। ਵੀ ਜਿਹੜੀ ਵਾਧੂ ਚੀਜ਼ ਹੈ ਜਦ ਤੱਕ ਉਹ ਬਾਹਰ ਨਹੀਂ ਨਿਕਲਦੀ ਉਨੀ ਦੇਰ ਤੱਕ ਤੁਹਾਨੂੰ ਚੈਨ ਨਹੀਂ ਆਉਣਾ। ਉਹਨੇ ਉਹਨੂੰ ਸਾਹਿਤ ਦੇ ਵਿੱਚ ਲੈ ਕੇ ਗਿਆ ਔਰ ਉਹਨੇ ਆਪਣੇ ਗੁਰੂ ਨੂੰ ਕੱਟਿਆ। ਗੁਰੂ ਕਹਿ ਰਿਹਾ ਸਾਹਿਤਕਾਰ ਡੋਬ ਦਿਓ, ਚੇਲਾ ਕਹਿ ਰਿਹਾ ਸਾਹਿਤ ਤੋਂ ਵੱਡੀ ਚੀਜ਼ ਕੋਈ ਨਹੀਂ, ਕਿਉਂਕਿ ਤੁਹਾਡਾ ਕਥਾਰਸਸ ਕਰਦਾ। ਇਹ ਹਿਊਮੈਨਿਟੀ ਦਾ। ਸਾਡੇ ਕੋਲ ਇਹ ਪਰੰਪਰਾ ਨਹੀਂ ਹੈ। ਸਾਡੇ ਕੋਲ ਗੁਰੂ ਤੋਂ ਚੇਲਾ ਛੋਟਾ। ਹੁਣ ਤੁਸੀਂ ਨਕਾਸ਼ ਜੀ ਚੱਲੋ ਇੱਧਰ ਨੂੰ, ਇੱਕ ਗੁਰੂ ਹੋਇਆ, ਉਹਦਾ ਚੇਲਾ ਉਸ ਤੋਂ ਛੋਟਾ ਹੋ ਗਿਆ, ਉਹਦਾ ਚੇਲਾ ਉਸ ਤੋਂ ਛੋਟਾ ਹੋ ਗਿਆ, ਉਹਦਾ ਚੇਲਾ ਉਸ ਤੋਂ ਛੋਟਾ ਹੋ ਗਿਆ, ਅਖੀਰ ਤੇ ਮੂਰਖ ਹੀ ਪੈਦਾ ਹੋਊਗਾ। ਜੀ ਬਿਲਕੁਲ ਠੀਕ ਹੈ ਨਾ। ਸਾਡਾ ਲੈਵਲ ਥੱਲੇ ਜੇ ਗੁਰੂ ਤੋਂ ਚੇਲਾ ਛੋਟਾ ਹੀ ਹੋਣਾ ਹੈ ਤੇ ਪਰੰਪਰਾ ਸਾਲਾਂ ਵਿੱਚ ਜਾ ਕੇ ਨਖਿੱਧ ਆਦਮੀ ਤੱਕ ਪੈਦਾ ਤੱਕ ਚਲੇ ਜਾਏਗੀ। ਤਾਂ ਸਾਨੂੰ ਹੋਣਾ ਤੇ ਇਹ ਚਾਹੀਦਾ ਕਿ ਚੇਲਾ ਗੁਰੂ ਤੋਂ ਵੱਡਾ ਹੋਵੇ ਤੇ ਗੁਰੂ ਇਹਦੇ ਵਿੱਚ ਮਾਣ ਕਰੇ ਕਿ ਮੇਰੇ ਵਿੱਚ। ਮੈਂ ਸਮਝਦਾ ਪਾਤਰ ਸਾਹਿਬ ਦੇ ਨਾਲ ਮੈਂ ਇਹੀ ਵੱਡੀ ਗੱਲ ਸਮਝਦਾ ਕਿ ਪਾਤਰ ਸਾਹਿਬ ਦੀ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਉਹਨਾਂ ਦੀ ਸ਼ਾਇਰੀ ਤਾਂ ਹੈ ਹੀ ਹੈ, ਉਸ ਤੋਂ ਵੱਡੀ ਸ਼ਾਇਰੀ ਹੈ ਵੀ ਉਹਨਾਂ ਨੇ ਆਪਣੇ ਤੋਂ ਵਧੀਆ ਲਿਖਣ ਵਾਲੇ ਸ਼ਾਇਰ ਪੈਦਾ ਕੀਤੇ। ਇਹ ਬੜੀ ਵੱਡੀ ਗੱਲ ਹੈ। ਉਹਨਾਂ ਨੇ ਇਸ ਤਰ੍ਹਾਂ ਦੀ ਪ੍ਰੇਰਨਾ ਪੈਦਾ ਕੀਤੀ ਕਿ ਜਸਵਿੰਦਰ ਵਰਗੇ ਬੰਦੇ, ਠੀਕ ਹੈ ਨਾ, ਗੁਰਤੇਜ ਕੁਹਾਰ ਵਾਲਾ ਵਰਗੇ ਬੰਦੇ, ਮੈਂ ਵੀ ਉਹਨਾਂ ਦਾ ਮਤਲਬ ਕਿ ਉਸ ਤਰ੍ਹਾਂ ਦਾ ਉਹਨਾਂ ਕੋਲੋਂ ਸਿੱਖਣ ਵਾਲਾ ਬੰਦਾ ਵਾਂ। ਅਤੇ ਇਹ ਇਸ ਤਰ੍ਹਾਂ ਦੀ ਮਤਲਬ ਕਿ ਬੜੀ ਵੱਡੀ ਹੈ। ਤਾਂ ਮੈਂ ਇਹ ਸ਼ੁਕਰ ਕਰਦਾ ਪਰਮਾਤਮਾ ਦਾ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਗੁਰੂ ਨਹੀਂ ਮਿਲ ਗਿਆ ਜਿਹੜਾ ਫੇਲਣ ਵਿੱਚ ਹੀ ਮੇਰੀ ਜ਼ਿੰਦਗੀ ਬਰਬਾਦ ਕਰ ਦਿੰਦਾ। ਮੈਂ ਜਦੋਂ ਇਹਨਾਂ ਲੋਕਾਂ ਵੱਡੇ ਲੋਕਾਂ ਨੂੰ ਪੜ੍ਹਿਆ, ਤੁਸੀਂ ਦੇਖ ਲਓ ਗੁਰਤੇਜ ਕੁਹਾਰ ਵਾਲਾ ਕਦੀ ਬਹਿਰ ਦੀ ਗੱਲ ਨਹੀਂ ਕਰੇਗਾ, ਜਸਵਿੰਦਰ ਕਦੀ ਬਹਿਰ ਦੀ ਗੱਲ ਨਹੀਂ ਕਰੇਗਾ। ਇਹ ਜਿਹੜੇ ਵੱਡੇ ਲੋਕ ਨੇ ਬਹਿਰ ਦੀ ਗੱਲ ਨਹੀਂ ਕਰਦੇ, ਬਹਿਰ ਦੀ ਗੱਲ ਉਸਤਾਦ ਕਰਦੇ ਨੇ। ਔਰ ਮੈਨੂੰ ਇੱਥੋਂ ਗੱਲ ਯਾਦ ਆਇਆ, ਮੈਂ ਕਈ ਵਾਰੀ ਕੰਪੈਰੀਜ਼ਨ ਕਰਦਾ ਹੁੰਦਾ ਵਾਂ ਕਿ ਜਿਹੜੇ ਲੋਕ ਕਾਲਜਾਂ ਵਿੱਚ ਸੰਗੀਤ ਦੇ ਟੀਚਰ ਹੁੰਦੇ ਨੇ ਨਾ, ਉਹ ਗਾਇਕ ਵੱਡੇ ਕਿਉਂ ਨਹੀਂ ਬਣਦੇ? ਸੁਰਾਂ ਤੇ ਉਹਨਾਂ ਨੂੰ ਸਾਰੀਆਂ ਆਉਂਦੀਆਂ, ਪਰ ਉਹ ਸਿਖਾਉਂਦੇ ਹੀ ਰਹਿੰਦੇ ਸਾਰੀ ਉਮਰ। ਕਿਉਂਕਿ ਉਹ ਜਗਜੀਤ ਸਿੰਘ ਨਹੀਂ ਬਣਦੇ, ਉਹ ਗੁਲਾਮ ਅਲੀ ਨਹੀਂ ਬਣਦੇ, ਉਹ ਮਹਿੰਦੀ ਹਸਨ ਨਹੀਂ ਬਣਦੇ, ਉਹ ਮੁਹੰਮਦ ਰਫੀ ਨਹੀਂ ਬਣਦੇ। ਕਲਾਸ ਵਿੱਚ ਉਹਨਾਂ ਨੂੰ ਉਹ ਸਾਰੀਆਂ ਸੁਰਾਂ ਆਉਂਦੀਆਂ। ਮੈਨੂੰ ਲੱਗਦਾ ਪੰਜਾਬੀ ਵਿੱਚ ਵੀ ਨਾ ਕੁਛ ਇੱਦਾਂ ਹੀ ਹੋਇਆ ਵਾ, ਜਿਨ੍ਹਾਂ ਨੂੰ ਨਾ ਸੁਰਾਂ ਆਉਂਦੀਆਂ ਉਹ ਸੁਰ ਹੀ ਪੜ੍ਹਾਉਂਦੇ ਰਹੇ ਨੇ। ਉਹਨਾਂ ਵਿੱਚੋਂ ਅੱਛਾ ਜਿਹੜਾ ਇੱਕ ਲਕੀਰ ਤੋੜ ਕੇ ਵੱਡਾ ਲੇਖਕ ਬਣ ਜਾਵੇ, ਸਾਡੇ ਕੋਲ ਉਸ ਤਰ੍ਹਾਂ ਦੀ ਮੈਨੂੰ ਲੱਗਦਾ ਥੋੜ੍ਹੀ ਕਮੀ ਰਹੀ। ਇਹ ਗੱਲ ਤੁਸੀਂ ਬੜੀ ਵਾਜਬ ਕੀਤੀ ਹੈ ਵੀ ਸਾਡੇ ਕੋਲ ਨਾ ਦੋ ਤਰ੍ਹਾਂ ਦੀ ਗਜ਼ਲ ਹੈ। ਇੱਕ ਪਰੰਪਰਾਵਾਦ ਦੀ, ਉਹ ਅਜੇ ਵੀ ਤੁਰੀ ਜਾਂਦੀ ਹੈ ਔਰ ਅਜੇ ਵੀ ਬਹੁਤ ਸਾਰੇ ਲੋਕ ਲਗਭਗ ਉਸ ਦਾ ਮੈਨੂੰ ਲੱਗਦਾ ਵੈ ਵੀ ਸ਼ਾਇਰ ਨੂੰ ਬਹੁਤਾ ਡਰਨ ਦੀ ਲੋੜ ਨਹੀਂ ਹੁੰਦਾ, ਕੋਈ ਕਿਸੇ ਨੇ ਕਿਸ ਤੋਂ ਕੁਝ ਖੋ ਨਹੀਂ ਲੈਣਾ। ਮੈਨੂੰ ਲੱਗਦਾ ਹੁਣ ਤੁਸੀਂ ਦੇਖੋ ਅਮਰ ਸੂਫੀ ਸਾਹਿਬ ਨੇ, ਉਹ ਕਿੰਨਾ ਲਿਖਦੇ ਨੇ, ਪਰ ਤੁਸੀਂ ਦੇਖੋ ਉਹਦੇ ਵਿੱਚ ਇੱਕ ਜਿਹੜੀ ਹੁੰਦੀ ਨਾ ਦਿਲ ਨੂੰ ਝੰਜੋੜਨ ਵਾਲੀ ਉਹ ਗੱਲ ਕੋਈ ਨਹੀਂ ਹੈਗੀ। ਕੋਈ ਵੀ ਟੌਪਿਕ ਦੇਖਣਾ ਉਹਦੇ ਉੱਪਰ ਕਵਿਤਾ ਲਿਖਦੇ। ਮੈਂ ਇਹ ਸਿਰਫ ਇਹਨਾਂ ਦੀ ਗੱਲ ਨਹੀਂ ਕਰਦਾ, ਸਿਰਫ ਇੱਕ ਨਾਂ ਹੀ ਲੈ ਰਹੇ, ਇੱਦਾਂ ਦੇ ਬਹੁਤ ਸਾਰੇ ਨੇ। ਉਹ ਮੇਰੇ ਨਾ ਕਪੂਰਥਲੇ ਮਾਮਾ ਜੀ ਦਾ ਘਰ ਸੀ ਅਤੇ ਉਹਨਾਂ ਦੇ ਸਾਹਮਣੇ ਕਰਜੀ ਨਵੀਸ਼ ਹੁੰਦਾ ਸੀ ਅਤੇ ਉਹ ਬੜਾ ਮਸ਼ਹੂਰ ਸੀ। ਅਤੇ ਲੋਕਾਂ ਨੇ ਨਾ ਜੇ ਕੋਈ ਬਿਜਲੀ ਘਰ 'ਚ ਸ਼ਿਕਾਇਤ ਲਿਖਾਉਣੀ ਹੈ ਤਾਂ ਉਹਨਾਂ ਕੋਲੋਂ ਲਿਖਾਉਣ ਆ ਜਾਣਾ, ਜੇ ਕਿਸੇ ਨੇ ਮੀਟਰ ਨਵਾਂ ਲਵਾਉਣਾ ਤਾਂ ਉਹਨਾਂ ਕੋਲੋਂ ਲਿਖਾਉਣ ਆ ਜਾਣਾ। ਜੇ ਪੁਲਿਸ ਵਿੱਚ ਥਾਣੇ 'ਚ ਲੱਗਦਾ ਅਤੇ ਉਹ ਅਰਜਨ ਵੀ ਸੀਗੇ, ਉਹ ਐਪਲੀਕੇਸ਼ਨਸ ਲਿਖ ਦਿੰਦੇ ਸੀ। ਮੈਨੂੰ ਲੱਗਦਾ ਸਾਡੇ ਬਹੁਤ ਸਾਰੇ ਕਵੀ ਅਰਜਨ ਵੀਸ ਨੇ। ਤੁਸੀਂ ਉਹਨਾਂ ਕੋਲੋਂ ਕਿਸੇ ਘਟਨਾ 'ਤੇ ਕਵਿਤਾ ਲਿਖਾ ਲਓ,
ਉਹ 1 ਮਿੰਟ ਲਾਣਗੇ ਕਵਿਤਾ ਲਿਖਣ ਲੱਗਿਆ। ਕੋਈ ਵਾਪਰ ਗਿਆ, ਘਟਨਾ ਵਾਪਰ ਗਈ ਔਰ ਤੁਹਾਡੀ ਫੇਸਬੁੱਕ ਜਿਹੜੀ ਹੈ ਉਹ ਭਰ ਜਾਏਗੀ ਉਸ ਟੌਪਿਕ ਦੇ ਉੱਪਰ ਭਰ ਜਾਏਗੀ। ਮੈਂ ਕਹਿੰਦਾ ਵਾਂ ਵੀ ਘਟਨਾਵਾਂ ਤੇ ਵਾਪਰਦੀਆਂ ਰਹਿਣੀਆਂ ਨੇ। ਤੁਸੀਂ ਵਰਤਾਰਾ ਦੇਖੋ, ਅਸੀਂ ਵਰਤਾਰੇ ਤੇ ਟਿਕੀਏ। ਹੁਣ ਇਹ ਮੈਂ ਬਹੁਤ ਸਾਰੇ ਵੱਡੇ ਗਜ਼ਲ ਕੋ ਦੇਖੇ ਨੇ, ਜਦੋਂ ਗਜ਼ਲ ਲਿਖਦੇ ਨੇ ਨਾ ਤੇ ਵਿੱਚ ਬਾਦਲ ਦਾ ਨਾਂ ਆ ਜਾਏਗਾ, ਮੋਦੀ ਦਾ ਨਾਂ ਆ ਜਾਏਗਾ ਔਰ ਲੋਕ ਬੜੀਆਂ ਤਾੜੀਆਂ ਮਾਰਦੇ ਨੇ। ਉਹ ਕਿਉਂਕਿ ਉਹਨਾਂ ਲੱਗਦਾ ਸਿੱਧਾ ਅਟੈਕ ਹੋ ਗਿਆ। ਮੈਂ ਇਸ ਗਜ਼ਲ ਨੂੰ ਕੋਈ ਬਹੁਤ ਵਧੀਆ ਗਜ਼ਲ, ਕਿਉਂਕਿ ਮੇਰੀ ਰਾਏ ਹੈ, ਮੈਂ ਕੋਈ ਜੱਜ ਨਹੀਂ ਹਾਂ, ਠੀਕ ਹੈ ਨਾ, ਤੇ ਨਾ ਹੀ ਕੋਈ ਮੈਂ ਫੈਸਲੇ ਦੇ ਰਿਹਾ ਇਸ ਵੇਲੇ। ਮੈਂ ਉਹ ਗੱਲ ਕਰ ਰਿਹਾ ਜੋ ਮੈਂ ਮਹਿਸੂਸ ਕਰਦਾ, ਨਿੱਜੀ ਹੈ, ਇਹ ਮੇਰੀ ਨਿੱਜੀ ਰਾਏ ਹੈ ਕਿ ਤੁਸੀਂ ਸਿਸਟਮ ਤੇ ਅਟੈਕ ਕਰੋ, ਜਿਹਨੂੰ ਤੁਸੀਂ ਜਦੀਦ ਗਜ਼ਲ ਕਹਿੰਦੇ ਹੋ। ਤੁਸੀਂ ਸਿਸਟਮ ਨੂੰ ਪਕੜੋ। ਜਦੋਂ ਤੁਸੀਂ ਉਸ ਸਿਸਟਮ ਨੂੰ ਪਕੜੋਗੇ ਉਹਦੇ ਵਿੱਚ ਹਰ ਬੰਦਾ ਆ ਜਾਏਗਾ। ਔਰ ਜਦੋਂ ਸਿਸਟਮ ਵਿਗੜਦਾ ਨਾ ਤੇ ਫਿਰ ਇੱਕ ਬੰਦਾ ਨਹੀਂ ਖਰਾਬ ਹੁੰਦਾ, ਸਾਰੇ ਖਰਾਬ ਹੁੰਦੇ ਨੇ। ਜਦੋਂ ਤੁਸੀਂ ਸਿਸਟਮ 'ਤੇ ਚੋਟ ਕਰ ਦਿਓ ਤਾਂ ਸਾਰਿਆਂ ਦੇ ਸਿਰ 'ਤੇ ਵੱਜਦੀ ਹੈ। ਜਦੋਂ ਤੁਸੀਂ ਇੱਕ ਬੰਦੇ 'ਤੇ ਮਾਰ ਦਿਓ ਤਾਂ ਦੂਜਾ ਬੰਦਾ ਕਹਿੰਦਾ ਦੇਖਿਆ ਮੈਂ ਚੰਗਾ ਵਾਂ, ਉਹਨੇ ਉਹਦੇ 'ਤੇ ਕੀਤਾ ਵਾ। ਤਾਂ ਤੁਸੀਂ ਦੂਸਰਿਆਂ ਨੂੰ ਡਿਫੈਂਡ ਵੀ ਕਰ ਰਹੇ ਹੁੰਦੇ ਹੋ ਉਸ ਵੇਲੇ ਜਦੋਂ ਇੱਕ 'ਤੇ ਕਰਦੇ ਹੋ। ਬਾਕੀ ਕਿਉਂ ਛੱਡ ਦਿੱਤੇ ਜਦ ਕਿ ਬਾਕੀ ਸਭ ਇੱਕੋ ਜਿਹੇ ਨੇ। ਤਾਂ ਮੈਂ ਸਮਝਦਾ ਵੀ ਜਦੀਦ ਗਜ਼ਲ ਦੇ ਵਿੱਚ ਜਿਹੜੀ ਥਾਟ ਹੈ ਨਾ, ਵਿਚਾਰ ਕੇਂਦਰਿਤ ਹੋ ਗਿਆ ਔਰ ਉਹ ਵਿਚਾਰ ਜਿਹੜਾ ਥੋੜ੍ਹਾ ਜਿਹਾ ਵੱਖਰੀ ਤਰ੍ਹਾਂ ਦਾ ਹੋਵੇ, ਆਮ ਨਹੀਂ, ਕਾਮਨ ਗੱਲਾਂ ਚੱਲੀ ਜਾਣੀਆਂ ਨੇ, ਉਹ ਕਵਿਤਾ ਨਹੀਂ ਬਣਦੀਆਂ। ਇਹ ਮੈਂ ਇਸੇ ਕਰਕੇ ਤੁਹਾਨੂੰ ਕਹਿੰਦਾ ਵਾਂ ਵੀ ਇਹ ਜਿਹੜੇ ਹੁਣ ਦਾਦਰ ਪੰਡੋਰਵੀ ਦੀ ਤੁਸੀਂ ਗੱਲ ਕੀਤੀ ਹੈ, ਇਹ ਫਾਰ ਐਕਸਲੈਂਟ ਪੋਇਟ ਬਹੁਤ, ਔਰ ਉਹਦੇ 'ਚ ਨਿਮਰਤਾ ਵੀ ਦੇਖੋ ਉਸੇ ਤਰ੍ਹਾਂ ਦੀ ਹੋਈ ਹੈ। ਇਹ ਅਜੀਬ ਗੱਲ ਹੁੰਦੀ ਹੈ। ਮੈਂ ਉਹਨੂੰ ਜਿੰਨੀ ਵਾਰੀ ਮਿਲਿਆ ਮੈਂ ਉਹਨੇ ਗੋਡੇ ਹੱਥ ਲਾਣੇ ਨੇ, ਗੁਰੂ ਜੀ ਕਹਿਣਾ ਮੈਂ, ਅਜੇ ਕਿ ਮੈਂ ਉਹਦਾ ਕੋਈ ਗੁਰੂ ਨਹੀਂ, ਕਿਉਂਕਿ ਉਹ ਮੇਰੇ ਵਰਗੇ ਹੀ ਲਿਖ ਰਿਹਾ। ਲੇਕਿਨ ਇਹ ਇੱਕ ਨਿਮਰਤਾ, ਇੱਕ ਸਹਿਜ, ਮੈਂ ਵੀ ਉਹਨੂੰ ਬਹੁਤ ਸ਼ੌਕ ਨਾਲ ਪੜ੍ਹਦਾ। ਹੁਣ ਮੈਨੂੰ ਜਿੱਥੇ ਪੰਡੋਰਵੀ ਦੀ ਆ ਜਾਏ ਗਜ਼ਲ ਮੈਂ ਉੱਦਾਂ ਨਹੀਂ ਲੰਘਣ ਦਿੰਦਾ, ਕਿਉਂਕਿ ਮੈਨੂੰ ਲੱਗਦਾ ਹੈ ਵੀ ਇਹ ਮੁੰਡਾ ਗੱਲ ਕਰੇਗਾ ਔਰ ਇਹ ਗੱਲ ਕਰ। ਦੂਸਰੀ ਮੈਨੂੰ ਇਹ ਗੱਲ ਲੱਗਦੀ ਹੈ ਕਿ ਇਹ ਜਿੰਨੇ ਵੀ ਨੇ ਤੁਸੀਂ ਜਦੀਦ ਪੋਇਟ ਦੇਖੋਗੇ, ਇਹਨਾਂ ਦੇ ਥਾਟ ਨੂੰ ਪੜ੍ਹਨ ਦੀ ਲੋੜ ਹੈ। ਬਹੁਤ ਸਾਰੀ ਜਿਹੜੀ ਪਰੰਪਰਾਵਾਦੀ ਹੈ ਨਾ ਗਜ਼ਲ, ਉਹ ਇੱਕ ਵਿਸ਼ੇਸ਼ ਤਰ੍ਹਾਂ ਦਾ ਨਾ ਰਦੀਫ ਚੁਣ ਲੈਂਦੇ ਨੇ, ਫਿਰ ਰਦੀਫ ਦੇ ਉੱਪਰ ਉਹ ਕਵਿਤਾ ਕਮਾਉਂਦੇ ਆ। ਮੈਂ ਕਿ ਤੁਸੀਂ ਉਹ ਇਸ ਗੱਲ ਤੇ ਹੀ ਮਾਣ ਬੜਾ ਮਹਿਸੂਸ ਕਰਦੇ ਨੇ, ਦੇਖਿਆ ਰਦੀਫ ਕਿੱਦਾਂ ਦਾ ਲੱਭਿਆ, ਕਮਾਲ ਦਾ ਰਦੀਫ ਹੈ। ਰਦੀਫ ਕੋਈ ਚੀਜ਼ ਨਹੀਂ। ਔਰ ਬਹੁਤ ਸਾਰੀਆਂ ਗਜ਼ਲਾਂ ਦੇ 'ਚ ਜਦੋਂ ਤੁਸੀਂ ਇਸ ਤਰ੍ਹਾਂ ਦਾ ਰਦੀਫ ਲੱਭ ਲੈਂਦੇ ਹੋ ਜਿਹੜੀ ਪਰੰਪਰਾਵਾਦੀ ਹੈ, ਬਾਕੀ ਸ਼ੇਰ ਸਾਰਾ ਇੱਕ ਪਾਸੇ ਹੋਏਗਾ ਤੇ ਰਦੀਫ ਵਿੱਚ ਐਵੇਂ ਟੰਗਿਆ ਹੋਏਗਾ। ਉਸ ਰਦੀਫ ਦਾ ਉਸ ਸ਼ੇਰ ਦੇ ਨਾਲ ਕੋਈ ਮਤਲਬ ਨਹੀਂ। ਉਹ ਰਦੀਫ ਇਸ ਕਰਕੇ ਆ ਰਿਹਾ ਵਾ ਕਿਉਂਕਿ ਉਹ ਆਉਣਾ ਚਾਹੀਦਾ ਉਹਦੇ ਵਿੱਚ, ਰਦੀਫ ਹੈਗਾ ਵਾ, ਇਸ ਕਰਕੇ ਆ ਰਿਹਾ ਵਾ। ਅਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਗਜ਼ਲ ਲਿਖ ਰਹੇ ਹੋ ਜਿਹਦੇ 'ਚ ਇੱਕ ਟੁਕੜਾ ਬੇਮਾਇਨਾ ਅਤੇ ਉਹ ਤਾਂ ਖੋਟ ਹੈ ਉਹਦੇ ਵਿੱਚ, ਗੱਲ ਤਾਂ ਬਾਕੀ ਇੰਨੀ ਹੈ ਅਤੇ ਰਦੀਫ ਕਾਹਦੇ ਲਈ ਹੈ ਵਿੱਚ? ਰਦੀਫ ਨੂੰ ਕੀ ਕਰਨਾ ਕੀ ਹੈ ਰਦੀਫ ਦਾ? ਤਾਂ ਮੈਨੂੰ ਇਹ ਤੁਸੀਂ ਦੇਖਣਾ, ਨਾ ਤੁਹਾਨੂੰ ਗੁਰਤੇਜ ਕਹਾਰਾਲ ਦੇ ਵਿੱਚ ਲੰਬਾ ਰਦੀਫ ਮਿਲੇਗਾ, ਨਾ ਜਸਵਿੰਦਰ ਵਿੱਚ ਮਿਲ ਗਿਆ, ਨਾ ਰਾਜਵੰਤ ਰਾਜ ਵਿੱਚ ਮਿਲੇਗਾ, ਨਾ ਤੁਹਾਨੂੰ ਇਸ ਤਰ੍ਹਾਂ ਦੇ ਪੰਡੋਰ ਵੀ ਲਗਭਗ ਉਸੇ ਕੈਟੇਗਰੀ 'ਚ ਆਉਂਦਾ। ਇਹ ਕਦੀ ਵੀ ਇਸ ਤਰ੍ਹਾਂ ਨਹੀਂ ਵੀ ਅਜੀਬੋ ਗਰੀਬ ਜਿਹਾ ਲੱਭ ਲਿਆ ਔਰ ਉਹ ਪਿੱਛੇ ਉਹਦੀ ਆਪਣੀ ਖੁਰਾਕ ਆਉਂਦੀ ਰਹਿੰਦੀ ਹੈ ਅਤੇ ਉਹ ਥਾਟ ਦੇ ਵਿੱਚ ਉਹਦਾ ਹਿੱਸਾ ਹੁੰਦਾ ਹੀ ਨਹੀਂ। ਮੈਂ ਸਮਝਦਾ ਵੀ ਇੱਕ ਅੱਖਰ ਤੁਹਾਡੇ ਸ਼ੇਅਰ ਦਾ ਹਿੱਸਾ ਹੋਣਾ ਚਾਹੀਦਾ। ਪਹਿਲਾ ਮਿਸਰਾ ਜਿਹੜਾ ਉਹਦੇ 'ਚ ਕੋਈ ਨਾ ਕੋਈ ਐਸੀ ਚੀਜ਼ ਰੱਖੋ ਜਿਹੜੀ ਤੁਹਾਨੂੰ ਅਧੂਰੀ ਲੱਗੇ ਪਹਿਲੀ ਲਾਈਨ ਵਿੱਚ, ਤਾਂ ਕਿ ਦੂਸਰੀ ਲਾਈਨ ਉਹਨੂੰ ਆ ਕੇ ਸਾਰਥਕ ਕਰੇ। ਔਰ ਦੂਸਰੀ ਲਾਈਨ ਐਸੀ ਲਿਖੋ ਕਿ ਅਗਲਾ ਸੋਚ ਨਾ ਸਕੇ ਵੀ ਇਸ ਤੋਂ ਬਾਅਦ ਇਹ ਆ ਸਕਦਾ। ਜਦੋਂ ਤੁਸੀਂ ਪਹਿਲੀ ਲਾਈਨ ਇੱਦਾਂ ਦੀ ਲਿਖਦੇ ਹੋ ਵੀ ਦੂਜੀ ਲਾਈਨ ਆਪ ਮੁਹਾਰੇ ਹੀ ਬਣ ਜਾਂਦੀ ਹੈ, ਉਹ ਵੀ ਸ਼ਾਇਰੀ ਮੈਨੂੰ ਅਧੂਰੀ ਸਮਝਦਾ। ਇੱਕ ਸਸਪੈਂਸ ਲਟਕਾਓ ਅਤੇ ਨਿਕਲੇ ਅਗਲੀ ਉਹ ਲਾਈਨ ਵੀ ਅਗਲਾ ਸੋਚੇ ਉਹ ਕਮਾਲ ਹੋ ਗਈ, ਇਹ ਗੱਲ ਅੱਗੇ ਇੱਧਰ ਨੂੰ ਵੀ ਮੁੜਨੀ ਸੀਗੀ। ਤੋ ਜਦੀਦ ਸ਼ਾਇਰੀ ਜ਼ਿੰਦਗੀ ਦੀਆਂ ਬਹੁਤ ਬਾਰੀਕੀਆਂ ਨੂੰ, ਉਹ ਗੱਲਾਂ ਜਿਹੜੀਆਂ ਬਹੁਤ ਅੰਦਰ ਨੇ, ਉਹਨਾਂ ਨੂੰ ਫੜਨ ਵਿੱਚ ਵੀ ਮਾਹਿਰ ਹੈ। ਔਰ ਉਹ ਬਹੁਤ ਸਾਦਗੀ ਨਾਲ
ਉਹਨਾਂ ਨੂੰ ਫੜਦੀ ਹੈ ਪਰ ਪੰਚ ਨਹੀਂ ਕਰਦੇ। ਔਰ ਨਾ ਇਹ ਜਿਹੜੀ ਨਾ ਜਦੀਦ ਗਜ਼ਲ ਮੈਨੂੰ ਲੱਗਦਾ ਵਾ ਸ਼ਾਇਦ ਇਹ ਕਮੀ ਹੈ, ਉਹ ਮੈਂ ਆਪਣੇ ਵਿੱਚ ਵੀ ਮਹਿਸੂਸ ਕਰਦਾ ਵਾਂ ਕਿ ਇਹਦੇ ਵਿੱਚ ਨਾ ਸੰਗੀਤਕਤਾ ਫਿਰ ਘਟ ਜਾਂਦੀ ਹੈ ਜਦੋਂ ਅਸੀਂ ਉਹਨੂੰ ਬਹੁਤ ਹੈਵੀ ਕਰ ਦਿੰਦੇ ਹਾਂ। ਜਦੋਂ ਮੈਂ ਆਪਣੀਆਂ ਗਜ਼ਲਾਂ ਵੀ ਪੜ੍ਹਦਾ ਵਾਂ ਤਾਂ ਮੈਨੂੰ ਲੱਗਦਾ ਵਾ ਵੀ ਯਾਰ ਇਹ ਨਹੀਂ, ਅਜੇ ਕੋਈ ਹੋਰ ਬੰਦੇ ਆਉਣੇ ਚਾਹੀਦੇ ਨੇ, ਅਜੇ ਹੋਰ ਬੰਦਿਆਂ ਦੀ ਲੋੜ ਹੈ ਜਿਹੜੇ ਸਾਡੇ ਵਾਂਗੂ ਥਾਟ ਵੀ ਫੜ ਲੈਣ, ਲੇਕਿਨ ਸੰਗੀਤਕਤਾ ਉਹ ਜਿਹੜੇ ਸਾਡੇ ਉਸਤਾਦ ਸੀਗੇ ਉਹ ਉਹਨਾਂ ਅੰਦਰ ਉਹ ਵੀ ਹੋਵੇ, ਉਹ ਵੀ ਕਾਇਮ ਰੱਖਣ। ਤਾਂ ਸਾਡੀ ਤੋਂ ਅਗਲੀ ਪੀੜ੍ਹੀ ਨੂੰ ਮੇਰੀ ਇਹ ਅਰਜ਼ ਵੀ ਹੈ ਅਤੇ ਉਮੀਦ ਵੀ ਹੈ ਕਿ ਉਹ ਜਿਹੜੀ ਇਸ ਵੇਲੇ ਗਜ਼ਲ ਲਿਖੀ ਜਾ ਰਹੀ, ਕਿਉਂਕਿ ਕਿਸੇ ਵੀ ਸਾਹਿਤ ਰੂਪ ਦਾ ਕੋਈ ਅੰਤ ਨਹੀਂ ਹੈ, ਉਹਨੇ ਵਿਕਾਸ ਕਰਦੇ ਰਹਿਣਾ ਹੈ। ਸਾਡੀ ਇੱਕ ਵੱਡੀ ਬਿਮਾਰੀ ਇਹ ਹੈ ਹਿੰਦੁਸਤਾਨੀਆਂ ਨੂੰ ਕਿ ਅਸੀਂ ਬੜੀ ਜਲਦੀ ਬੰਦੇ ਨੂੰ ਮਿੱਥ ਬਣਾ ਦਿੰਦੇ ਹਾਂ। ਮਿੱਥ ਨਹੀਂ ਟੁੱਟਦੀ, ਮਿੱਥ ਨਾ ਬਣਾਓ, ਉਹਨੂੰ ਰਿਐਲਿਟੀ ਰਹਿਣ ਦਿਓ। ਹੁਣ ਪਾਤਰ ਤੋਂ ਅੱਗੇ ਕੋਈ ਨਹੀਂ ਜਾ ਸਕਦਾ, ਲੋਕ ਆਮ ਕਹਿ ਦੇਣਗੇ ਕਿਉਂ ਨਹੀਂ ਜਾ ਸਕਦਾ। ਜਗਤਾਰ ਤੋਂ ਅੱਗੇ ਕੋਈ ਨਹੀਂ ਜਾ ਸਕਦਾ, ਕਿਉਂ ਨਹੀਂ ਜਾ ਸਕਦਾ। ਕੀ ਪਾਤਰ ਸਾਹਿਬ ਪਹਿਲਿਆਂ ਤੋਂ ਅੱਗੇ ਨਹੀਂ ਗਏ? ਕੀ ਜਗਤਾਰ ਸਾਹਿਬ ਪਹਿਲਿਆਂ ਤੋਂ ਅੱਗੇ ਨਹੀਂ ਗਏ? ਕਿ ਪਾਤਰ ਤੇ ਆਪਾਂ ਗਜ਼ਲ ਖਤਮ ਕਰ ਦੇਣੀ ਹੈ? ਜੇ ਖਤਮ ਕਰ ਦੇਣੀ ਤਾਂ ਲਿਖਣੀ ਛੱਡ ਦਿਓ, ਫਿਰ ਹੋਰ ਸਾਹਿਤ ਰੂਪ ਅਪਣਾਓ, ਫਿਰ ਇਹ ਕਹਿ ਦਿਓ ਵੀ ਉਹ ਲਿਖ ਗਏ ਜੋ ਲਿਖਣਾ ਸੀ, ਹੁਣ ਨਹੀਂ ਬਣਦੀ। ਪਰ ਅਸਲ ਵਿੱਚ ਹੈ ਹੀ ਨਹੀਂ ਇਹ ਗੱਲ ਇਹ ਹੈ ਕਿ ਪਾਤਰ ਸਾਹਿਬ ਤੋਂ ਅੱਗੇ ਵੀ ਗਜ਼ਲ ਚੱਲੇਗੀ, ਪਾਤਰ ਸਾਹਿਬ ਤੋਂ ਵਧੀਆ ਵੀ ਗਜ਼ਲ ਲਿਖੀ ਜਾਏਗੀ। ਤਾਂ ਉਹ ਗਜ਼ਲ ਲਿਖਣ ਵਾਲੇ ਹੁਣ ਸਾਨੂੰ ਉਮੀਦ ਹੈ, ਔਰ ਹੈਗੇ ਨੇ ਮੁੰਡੇ ਬਹੁਤ। ਤੁਸੀਂ ਦਾਦਰ ਪੰਡੋਰਵੀ ਦੇ ਕਈ ਸ਼ੇਰ ਦੇਖੋ, ਤੁਹਾਨੂੰ ਮਾਰੇ ਖੜਾ ਕਰ ਦਿੰਦੇ ਨੇ ਇੱਕ ਵਾਰੀ, ਉਹ ਵੀ ਕਮਾਲ ਹੈ। ਆਹ ਮੁੰਡੇ ਨੇ ਕਿਆ ਗੱਲ ਫੜੀ ਹੈ। ਮਨਜੀਤਪੁਰੀ ਹੈ ਇੱਕ ਲੜਕਾ, ਮੈਂ ਉਹਦੀ ਗਜ਼ਲ ਜਦੋਂ ਸੁਣਦਾ ਤਾਂ ਮੈਨੂੰ ਲੱਗਦਾ ਵਾ ਵੀ ਆ ਜਾ ਰਿਹਾ ਸਾਡੇ ਤੋਂ ਅੱਗੇ, ਇਹਨੂੰ ਜਾਣ ਇਹ ਸ਼ੁਭ ਸ਼ਗਨ ਹੈ ਵੀ ਇਹ ਸਾਨੂੰ ਕ੍ਰਾਸ ਕਰਕੇ ਅੱਗੇ ਚਲਾ ਗਿਆ। ਕਿਉਂਕਿ ਵਿਕਾਸ ਹੀ ਅਸੀਂ ਵੀ ਵਿਕਾਸ ਚਾਹੁੰਦੇ ਹਾਂ। ਜੇ ਮੈਨੂੰ ਇਸ ਗੱਲ 'ਤੇ ਮਾਣ ਹੈ ਨਾ, ਮੈਂ ਇੱਕ ਵਾਰੀ ਕਲਾਸ ਵਿੱਚ ਪੜ੍ਹਾਉਂਦਾ ਹੁੰਦਾ ਸੀਗਾ ਕਿ ਦੁਨੀਆ ਦੇ ਵਿੱਚ ਨਾ ਹਰ ਉਮਰ ਦਾ ਵੱਡਾ ਬੰਦਾ ਤੁਹਾਡੇ ਤੋਂ ਸਿਆਣਾ ਨਹੀਂ ਹੁੰਦਾ। ਮੈਂ ਕਲਾਸ ਪਰ ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ ਇਹ ਇੱਕ ਗੱਲ ਮੇਰੀ ਹੁਣ ਚੰਗੀ ਤਰ੍ਹਾਂ ਸੁਣੋ, ਜਦੋਂ ਮੈਂ ਇਹ ਗੱਲ ਕਹਿੰਦਾ ਨਾ ਕਿ ਮੇਰੇ ਤੋਂ ਉਮਰ ਵਿੱਚ ਹਰ ਵੱਡਾ ਬੰਦਾ ਮੇਰੇ ਤੋਂ ਸਿਆਣਾ ਨਹੀਂ, ਇਹਦਾ ਮਤਲਬ ਇਹ ਵੀ ਹੈ ਵੀ ਮੈਂ ਵੀ ਜਿਨ੍ਹਾਂ ਤੋਂ ਵੱਡੀ ਉਮਰ ਦਾ ਉਹਨਾਂ ਸਾਰਿਆਂ ਤੋਂ ਸਿਆਣਾ ਨਹੀਂ। ਜੇ ਮੈਂ ਇਹ ਗੱਲ ਨਹੀਂ ਨਾ ਮੰਨਦਾ ਕਿ ਮੇਰੇ ਤੋਂ ਛੋਟੀ ਉਮਰ ਦੇ ਵੀ ਮੇਰੇ ਤੋਂ ਸਿਆਣੇ ਹੋ ਸਕਦੇ ਨੇ, ਤੇ ਮੈਨੂੰ ਇਹ ਗੱਲ ਕਹਿਣ ਦਾ ਕੋਈ ਹੱਕ ਨਹੀਂ ਕਿ ਮੇਰੇ ਤੋਂ ਵੱਡੀ ਉਮਰ ਦੇ ਮੇਰੇ ਤੋਂ ਸਿਆਣੇ ਨਹੀਂ ਹੋ ਸਕਦੇ। ਇਸ ਕਰਕੇ ਜੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਅਸੀਂ ਕੁਝ ਪਰੰਪਰਾਵਾਂ ਤੋੜ ਕੇ ਗਜ਼ਲ ਨੂੰ ਇੱਥੋਂ ਤੱਕ ਲੈ ਕੇ ਆਏ ਹਾਂ, ਇਹ ਸਾਰਾ ਗਰੁੱਪ ਬਹੁਤ ਮਿਹਨਤ ਕੀਤੀ, ਇਹਨਾਂ ਨੇ ਗਜ਼ਲ ਦਾ ਰੂਪ ਸੰਵਾਰਿਆ, ਗਜ਼ਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਗਏ ਨੇ, ਤਾਂ ਆਉਣ ਵਾਲੇ ਸਮੇਂ ਵਿੱਚ ਗਜ਼ਲ ਇਸ ਤੋਂ ਅੱਗੇ ਜਾਏਗੀ। ਇਹ ਮੰਨ ਕੇ ਚੱਲਣਾ ਚਾਹੀਦਾ, ਇਹਦੇ ਲਈ ਦੁਆ ਕਰਨੀ ਚਾਹੀਦੀ ਹੈ। ਇਹਨਾਂ ਲਈ ਉਹਨਾਂ ਮੋਢਿਆਂ ਨੂੰ ਹੌਸਲਾ ਦਿਓ ਵੀ ਡਟੋ, ਕਿਉਂਕਿ ਸਾਡੀ ਪ੍ਰਾਪਤੀ ਇਹ ਹੈ ਕਿ ਤੁਸੀਂ ਸਾਡੇ ਤੋਂ ਅੱਗੇ ਨਿਕਲੋ। ਤਾਂ ਅਸੀਂ ਤੁਹਾਡਾ ਮਾਣ ਨਾਲ ਨਾਂ ਲਈਏ, ਜਿਸ ਤਰ੍ਹਾਂ ਲੋਕ ਸਾਡਾ ਕਹਿੰਦੇ ਨੇ ਵੀ ਇਹਨਾਂ ਨੇ ਆਹ ਕੀਤਾ, ਅਸੀਂ ਵੀ ਕਹੀਏ ਵੀ ਇਸ ਤੋਂ ਅੱਗੇ ਆਹ ਹੋਇਆ। ਤਾਂ ਇਹ ਪਰੰਪਰਾ ਮੈਨੂੰ ਲੱਗਦਾ ਵਾ ਇਹ ਚੱਲਦੀ ਰਹਿਣੀ ਚਾਹੀਦੀ ਹੈ। ਔਰ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਯੰਗ ਮੁੰਡੇ ਅਜੇ, ਮੈਨੂੰ ਇਹ ਲੱਗਦਾ ਵੈ ਕਿ ਯੰਗ ਮੁੰਡੇ ਅਜੇ ਜੋ ਕਵੀ ਹੈ ਇਸ ਵੇਲੇ, ਉਹ ਹੈ ਵੀ ਉਹ ਅੱਛੇ ਸ਼ੇਰ ਲਿਖ ਰਹੇ ਨੇ, ਅੱਛੀ ਗਜ਼ਲ ਨਹੀਂ ਬਣ ਰਹੀ। ਮਤਲਬ ਕਿ ਉਹ ਵੇਲਾ ਆਵੇ ਵੀ ਜਦੋਂ ਹਰ ਸ਼ੇਰ ਹੀ ਲਾਜਵਾਬ ਹੋਵੇ। ਅਜੇ ਮੁੰਡਿਆਂ ਵਿੱਚ ਝਲਕਾਰਾ ਆਉਂਦਾ, ਮਤਲਬ ਕਿ ਕਿਸੇ ਗਜ਼ਲ 'ਚ 3 ਸ਼ੇਰ ਬਹੁਤ ਅੱਛੇ ਨੇ ਅਤੇ 2 ਕਮਜ਼ੋਰ ਵਿੱਚ ਪੈ ਜਾਂਦੇ ਨੇ। ਕੋਈ ਗੱਲ ਨਹੀਂ, ਉਹਨਾਂ ਨੇ ਯਤਨ ਕਰ ਰਹੇ ਨੇ। ਉਹ ਕੱਲ੍ਹ ਨੂੰ ਉਹ ਪੂਰੀਆਂ ਗਜ਼ਲਾਂ ਵੀ ਇੱਦਾਂ ਦੀਆਂ ਲਿਖਣਗੇ ਵੀ ਠਾਹ ਵੱਜਣਗੀਆਂ ਜਿੱਦਾਂ ਪਾਤਰ ਸਾਹਿਬ ਦੀਆਂ। ਤੁਸੀਂ ਜਦੋਂ ਵੀ ਪੜ੍ਹਦੇ ਹੋ ਅਤੇ ਇਹਨਾਂ ਲੋਕਾਂ ਦੀ ਨਾ ਇਹੀ ਸਿਫਤ ਹੈ ਪਾਤਰ ਸਾਹਿਬ ਦੀ, ਕਿ ਤੁਸੀਂ ਜਦੋਂ ਉਹਨਾਂ ਦੀ ਗਜ਼ਲ ਪੜ੍ਹਦੇ ਹੋ ਨਾ, ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਸ਼ੇਰ ਯਾਰ ਕਮਜ਼ੋਰ ਰਹਿ ਗਿਆ। ਬਹੁਤ ਹੀ ਵਾਰੀ ਅਤੇ ਇਸੇ ਤਰ੍ਹਾਂ ਹੀ ਮੈਂ ਚਾਹੁੰਦਾ ਵਾਂ ਕਿ ਵੀ ਜਿਹੜੇ ਸਾਡੇ ਆਉਣ ਵਾਲੇ ਨੌਜਵਾਨ ਮੁੰਡੇ ਨੇ ਇਸ ਤਰ੍ਹਾਂ ਦੀ ਗਜ਼ਲ ਸਿਰਜਣ, ਜਿਹਦੇ 'ਤੇ ਅਸੀਂ ਫਿਰ ਮਾਣ ਕਰੀਏ। ਇਹ ਸਾਡੀ ਪਰੰਪਰਾ ਗਜ਼ਲ ਦੀ ਹੋਰ ਅੱਗੇ ਵਧੇ ਫੁੱਲੇਗੀ।
ਦੇਖੋ ਨਵੇਂ ਜਿਹੜੇ ਸਾਡੇ ਮੁੰਡੇ ਲਿਖ ਰਹੇ ਨੇ ਜਾਂ ਜਿਹੜੇ ਲਿਖਣਾ ਚਾਹੁੰਦੇ ਨੇ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬਹੁਤ ਸਾਰਾ ਪੜ੍ਹੋ, ਬਹੁਤ ਸਾਰਾ ਪੜ੍ਹੋ। ਔਰ ਖਾਸ ਤੌਰ ਤੇ ਪੰਜਾਬੀ ਗਜ਼ਲ ਦੇ ਨਾਲ ਜੇ ਉਹ ਥੋੜ੍ਹੀ ਹਿੰਦੀ ਅਤੇ ਉਰਦੂ ਗਜ਼ਲ ਵੀ ਥੋੜ੍ਹੀ ਪੜ੍ਹ ਸਕਣ ਤਾਂ ਉਹਨਾਂ ਲਈ ਬਹੁਤ ਇਹ ਫਾਇਦੇਮੰਦ ਚੀਜ਼ ਹੋਏਗੀ। ਮੈਂ ਤੁਹਾਨੂੰ ਨਕਾਸ਼ੀ ਦੱਸਦਾ ਵਾਂ, ਅਸਲ 'ਚ ਸਾਧਨਾ ਤੋਂ ਬਿਨਾਂ ਹੈ ਨਾ ਹੈ ਕੁਛ ਨਹੀਂ। ਜਦੋਂ ਮੈਂ ਮੇਰਾ ਧੂਪ ਮੇ ਸਾਏ ਸਾਏ ਮੇ ਧੂਪ ਔਰ ਇਹ ਪੜ੍ਹ ਰਿਹਾ ਸੀ ਤਾਂ ਉਰਦੂ ਦੀ ਗਜ਼ਲ ਮੈਂ ਸਾਹਿਰ ਮੇਰੇ ਫੇਵਰੇਟ ਪੋਇਟ ਸੀਗੇ। ਸਾਹਿਰ ਮਤਲਬ ਮੇਰੇ ਸਰਾਣੇ ਹੁੰਦੇ ਸੀਗੇ। ਤਾਂ ਮੈਨੂੰ ਇਹ ਪਤਾ ਲੱਗਾ ਕਿ ਜੇ ਤੁਹਾਨੂੰ ਉਰਦੂ ਦੀ ਪੂਰੀ ਸਮਝ ਨਹੀਂ ਨਾ ਹੈਗੀ ਜਾਂ ਕੋਈ ਖਾਸ ਗਿਆਨ ਨਹੀਂ ਤਾਂ ਪੰਜਾਬੀ 'ਚ ਬਹੁਤ ਮੁਸ਼ਕਲ ਹੈ, ਕਿਉਂਕਿ ਉਹ ਜਿਹੜੇ ਅੱਖਰ ਜ ਦੇ ਪੈਰ ਬਿੰਦੀ, ਖ ਦੇ ਪੈਰ ਬਿੰਦੀ ਔਰ ਜੋ ਗ ਦੇ ਪੈਰ ਬਿੰਦੀ ਉਹਨਾਂ ਨੂੰ ਪ੍ਰੋਨਾਉਂਸ ਕਰਨਾ ਔਰ ਉਹਨਾਂ ਦੇ ਅਰਥ ਬਦਲ ਜਾਣੇ। ਮੈਂ ਆਪਣੇ ਨਾਂ 'ਤੇ ਹੀ ਦੱਸਦਾ ਵਾਂ, ਮੇਰਾ ਨਾਂ ਸਾਗਰ ਹੈ ਔਰ ਮੈਨੂੰ ਕਈ ਲੋਕਾਂ ਨੂੰ ਨਾ ਥੋੜ੍ਹੇ ਸ਼ੁਰੂ ਵਿੱਚ ਟਾਂਚ ਕਰਨ ਦੀ ਆਦਤ ਹੁੰਦੀ ਹੈ। ਤਾਂ ਜਦੋਂ ਮੈਨੂੰ ਨਾ ਕਈ ਵਾਰੀ ਕਿਸੇ ਨੇ ਕਹਿਣਾ ਵੀ ਤੂੰ ਗਾਫ ਵਾਲਾ ਸਾਗਰ ਹੈ ਕਿ ਗੈਨ ਵਾਲਾ ਹੈ ਨਾ, ਉਹ ਉਹਨਾਂ ਦਾ ਹੁੰਦਾ ਸੀ ਮਤਲਬ ਕਿ ਤੈਨੂੰ ਕੁਝ ਪਤਾ ਵੀ ਹੈ, ਤਾਂ ਮੈਂ ਉਹਨੂੰ ਕਹਿਣਾ ਹਾਂਜੀ ਮੈਂ ਗਾਫ ਵਾਲਾ ਵਾਂ, ਕਿਉਂਕਿ ਗੈਨ ਵਾਲਾ ਜਿਹੜਾ ਸਾਗਰ ਹੈ ਉਹਦਾ ਮਤਲਬ ਹੈ ਸ਼ਰਾਬ ਦਾ ਪਿਆਲਾ। ਕੋਈ ਸਾਗਰ ਦਿਲ ਕੋ ਬਹਿਲਾਤਾ ਨਹੀਂ, ਸ਼ੀਸ਼ਾ ਹੋ ਜਾਂ ਦਿਲ ਹੋ, ਉਹਦੇ ਵਿੱਚ ਵੀ ਸਾਗਰ ਆਉਂਦਾ ਹੈ ਨਾ। ਤਾਂ ਜਦੋਂ ਤੁਸੀਂ ਗੈਨ ਨਾਲ ਗਾਫ ਨਾਲ ਪਾਉਂਦੇ ਹੋ, ਪੈਰੀ ਬਿੰਦੀ ਪਾਉਂਦੇ ਹੋ, ਉਹਨੇ ਬਣ ਜਾਣਾ ਪਿਆਲਾ। ਤਾਂ ਮੈਨੂੰ ਉਦੋਂ ਲੱਗਾ ਵੀ ਇਹ ਤਾਂ ਕੰਮ ਜੇ ਤੇ ਗਜ਼ਲ ਲਿਖਣੀ ਵੀ ਸਾਗਰ ਤਾਂ ਉਰਦੂ ਸਿੱਖ। ਤੇ ਮੈਂ ਉੱਥੇ ਉਰਦੂ ਡਿਪਾਰਟਮੈਂਟ ਦੇ ਵਿੱਚ ਨਗਾਸ਼ ਜੀ ਅਲੀ ਸਾਹਿਬ ਹੁੰਦੇ ਸੀ, 2 ਮਹੀਨੇ ਉਹਨਾਂ ਦੇ ਘਰ ਜਾਂਦਾ ਰਿਹਾ, ਘਰ ਸਿਰਫ ਇਸ ਕਰਕੇ ਵੀ ਮੈਂ ਗਜ਼ਲ ਲਿਖਣੀ ਹੈ। ਉਹਦੇ 'ਚ ਉਰਦੂ ਦੇ ਬਹੁਤ ਸ਼ਬਦ ਆਉਂਦੇ ਨੇ, ਉਹਨਾਂ ਨੂੰ ਪ੍ਰੋਨਾਉਂਸ ਕਿਵੇਂ ਕਰਨਾ ਹੈ, ਉਹਨਾਂ ਨੂੰ ਲਿਖਣਾ ਕਿਵੇਂ ਹੈ। ਮਤਲਬ ਕਿ ਇਹ ਮੈਂ ਤਾਂ ਦੱਸ ਰਿਹਾ ਵੀ ਨਵੇਂ ਜਿਹੜੇ ਸਾਡੇ ਬੱਚੇ ਨੇ ਉਹ ਅਭਿਆਸ ਤੋਂ ਨਾ ਡਰਨ। ਇਹ ਤੁਹਾਨੂੰ ਅਮੀਰ ਬਣਾਉਂਦਾ, ਇਹ ਤੁਹਾਨੂੰ ਗਹਿਰਾਈ ਦਿੰਦਾ। ਤੁਸੀਂ ਸ਼ਬਦਾਂ ਨੂੰ ਮਹਿਸੂਸ ਕਰਨਾ ਸਿੱਖਦੇ ਹੋ। ਜਦੋਂ ਸ਼ਬਦਾਂ ਨੂੰ ਮਹਿਸੂਸ ਕਰਕੇ ਲਿਖੋਗੇ ਤਾਂ ਉਹਦੇ 'ਚ ਇੱਕ ਵਜ਼ਨ ਹੋਏਗਾ, ਉਹਦੇ 'ਚ ਗੱਲ ਹੋਏਗੀ। ਖਾਨਾ ਬਦੋਸ਼ ਅਸੀਂ ਸ਼ਬਦ ਆਮ ਵਰਤਦੇ ਹਾਂ, ਲੇਕਿਨ ਮੈਂ ਜਦੋਂ ਅਲੀ ਸਾਹਿਬ ਦੇ ਕੋਲ ਗਿਆ, ਕਹਿੰਦੇ ਖਾਨਾ ਬਦੋਸ਼ ਦਾ ਪਤਾ ਮਤਲਬ? ਮੈਂ ਨਹੀਂ, ਕਹਿੰਦੇ ਖਾਨਾ ਹੁੰਦਾ ਘਰ, ਬ ਹੁੰਦਾ ਉੱਪਰ, ਦੋਸ਼ ਹੁੰਦਾ ਮੋਢੇ, ਉਹ ਲੋਕ ਜਿਨ੍ਹਾਂ ਦਾ ਮੋਢਿਆਂ ਦੇ ਘਰ ਆ। ਮੇਰੇ ਲਈ ਖਾਨਾ ਬਦੋਸ਼ ਜਦੋਂ ਮੈਂ ਪ੍ਰੋਨਾਉਂਸ ਕਰਨਾ ਉਸ ਤੋਂ ਬਾਅਦ ਫੀਲਿੰਗ ਹੀ ਵੱਖਰੀ ਸੀ। ਉਸ ਤੋਂ ਪਹਿਲਾਂ ਖਾਨਾ ਬਦੋਸ਼ ਮੇਰੇ ਲਈ ਇੱਕ ਉਚਾਰਨ ਸੀ, ਅਲੀ ਸਾਹਿਬ ਤੋਂ ਬਾਅਦ ਇੱਕ ਭਾਵ ਬਣ ਗਿਆ, ਉਹ ਲੋਕ ਜਿਨ੍ਹਾਂ ਦਾ ਘਰ ਆਪਣੇ ਮੋਢਿਆਂ ਤੇ ਹੈ। ਠੀਕ ਹੈ ਨਾ। ਤਾਂ ਇਹ ਮਿਹਨਤ ਕਰੋ, ਸਿੱਖੋ, ਰੱਜ ਕੇ ਸਿੱਖੋ, ਔਰ ਜੋ ਕੁਝ ਸਿੱਖੋ ਉਹ ਫਿਰ ਉਹਦੀ ਟੈਕਨੀਕਲਿਟੀਜ਼ ਭੁੱਲ ਜਾਓ। ਮੈਂ ਕੱਲ੍ਹ ਪਰਸੋਂ ਮੈਂ ਸੋਚਦਾ ਸੀ ਵੀ ਮੈਂ ਬਚਪਨ ਦੇ ਵਿੱਚ ਟਮਾਟਰ ਵੀ ਖਾਂਦਾ ਰਿਹਾ, ਖੀਰੇ ਵੀ ਖਾਂਦਾ ਰਿਹਾ, ਮੀਟ ਵੀ ਖਾਂਦਾ ਰਿਹਾ, ਆਲੂ ਵੀ ਖਾਂਦਾ ਗਿਆ, ਹੋ ਗਏ ਕਿੱਥੇ? ਇਹ ਮੈਂ ਬੜੀ ਪ੍ਰਤੀਕਾਤਮਕ ਗੱਲ ਕਰਨ ਲੱਗਾ ਕਿ ਮੈਂ ਇੰਨਾ ਕੁਝ ਖਾਂਦਾ ਜੀ, ਉਹ ਗਿਆ ਕਿੱਥੇ? ਉਹ ਮੇਰੇ ਸਰੀਰ ਦੇ ਵਿੱਚ ਹੈ, ਉਹ ਗਿਆ ਕਿਤੇ ਨਹੀਂ ਗਾ। ਪਰ ਮੈਂ ਹੁਣ ਦੁਬਾਰਾ ਨਹੀਂ ਕੱਢ ਸਕਦਾ, ਨਾ ਕੱਢਣ ਦੀ ਲੋੜ ਹੈ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਪੜ੍ਹਦੇ ਹੋ ਨਾ, ਉਹ ਤੁਹਾਡੇ ਅੰਦਰ ਹੀ, ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ ਨਵੇਂ ਲਿੰਕ ਬਣਾ ਦਿੰਦਾ। ਉਹ ਆਪ ਗਾਇਬ ਹੋ ਜਾਂਦਾ ਲੇਕਿਨ ਤੁਹਾਨੂੰ ਸੰਗਣਾ ਕਰ ਜਾਂਦਾ। ਤਾਂ ਸੰਗਣੇ ਹੋਵੋ, ਗਹਿਰੇ ਹੋਵੋ ਤੇ ਫਿਰ ਲਿਖੋ। ਮਾਸ਼ਾ ਅੱਲਾ ਨਵੇਂ ਬਹੁਤ ਲੰਬਾ ਰਸਤਾ ਹੈ ਔਰ ਬਹੁਤ ਕੁਝ ਅਜੇ ਕਰਨ ਵਾਲਾ ਹੈ। ਬਹੁਤ ਕੁਝ ਤੁਹਾਨੂੰ ਉਡੀਕ ਰਿਹਾ, ਤੁਹਾਡੇ ਪੈਰਾਂ ਨੂੰ ਉਡੀਕ ਰਿਹਾ, ਖੁਸ਼ਾਮਦੀਦ ਕਹਿਣ ਲਈ ਹੈ। ਤੁਰੋ, ਸਾਬਤ ਕਦਮੀ ਤੁਰੋ ਔਰ ਮਿਹਨਤ ਨਾਲ ਤੁਰੋ, ਕਾਲੀ ਨਾ ਕਰੋ। ਸ਼ੋਹਰਤ ਦੀ ਕਾਲੀ ਹੀ ਬੰਦੇ ਨੂੰ ਲੈ ਡੁੱਬਦੀ ਹੈ। ਇਸੇ ਕਰਕੇ ਸਾਡੇ ਕਿਤਾਬਾਂ ਬਹੁਤ ਛਪਦੀਆਂ। ਨਕਾਸ਼ ਜੀ, ਸਾਹਿਤ ਉਦੋਂ ਕਾਮਯਾਬ ਹੋਏਗਾ ਜਦੋਂ ਲੇਖਕ ਕਿਤਾਬ ਲੱਭੇਗਾ। ਹੁਣ ਸਾਡੇ ਕਿਤਾਬ ਲੇਖਕ ਲੱਭਦੇ ਆ, ਅਸੀਂ ਕਿਤਾਬ ਲੋਕਾਂ ਨੂੰ ਵੰਡਦੇ ਫਿਰਦੇ ਹਾਂ। ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਲਾਇਬ੍ਰੇਰੀਆਂ 'ਚ ਭਟਕ ਰਿਹਾ, ਕਿਤਾਬ ਲੱਭਦਾ ਪਿਆ, ਜਦੋਂ ਅਸੀਂ ਕਿਤਾਬਾਂ ਲੱਭਣ ਲੱਗ ਪਏ ਫਿਰ ਤੁਸੀਂ ਸਾਹਿਤਕਾਰ ਬਣੋਗੇ।
ਫਿਰ ਪ੍ਰਕਾਸ਼ਕ ਤੁਹਾਨੂੰ ਤੁਹਾਡੀ ਦੁਰਵਰਤੋਂ ਨਹੀਂ ਕਰ ਸਕਣਗੇ, ਫਿਰ ਤੁਸੀਂ ਮੰਡੀ ਦਾ ਮਾਲ ਨਹੀਂ ਬਣੋਗੇ, ਜੀ ਫਿਰ ਤੁਸੀਂ ਵੈਲਿਊਏਬਲ ਮੁੱਲਵਾਨ ਚੀਜ਼ ਬਣ ਜਾਓਗੇ ਔਰ ਮੁੱਲਵਾਨ ਚੀਜ਼ ਕ੍ਰੀਏਟ ਕਰੋਗੇ। ਇਸ ਕਰਕੇ ਉਹ ਕਿਤਾਬ ਲਿਖੋ ਜਿਹਨੂੰ ਲੋਕੀ ਲੱਭਣ। ਉਹ ਕਿਤਾਬ ਨਾ ਲਿਖੋ ਵੀ ਲੋਕਾਂ ਤੱਕ ਤੁਹਾਨੂੰ ਆਪ ਜਾ ਕੇ ਦੇਣੀ ਪਵੇ, ਥੈਲੇ 'ਚ ਪਾਈ ਹੋਵੇ ਤੇ ਆ ਮੇਰੀ ਕਿਤਾਬ ਪੜ੍ਹਨਾ ਜੀ, ਆ ਮੇਰੀ ਕਿਤਾਬ ਪੜ੍ਹਨਾ ਜੀ। ਇਹ ਮੈਂ ਆਪਣੇ ਪਿਆਰੇ ਨੌਜਵਾਨ ਸਾਥੀਆਂ ਨੂੰ ਇੰਨੀ ਗੱਲ ਕਹਿ ਸਕਦਾ। Mm-hmm.